ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਈਸਾਈ ਪਾਦਰੀ, ਹਿਊਮਨ ਰਾਈਟ ਐਕਟਿਵਿਸਟ, ਆਦੀਵਾਸੀਆਂ ਦਾ ਜਿਹਨੂੰ ਆਪਾਂ ਕਹਿੰਦੇ ਦੁੱਖਾਂ ਦਾ ਸਾਥ ਦੇਣ ਵਾਲਾ ਸਟੇਨ ਸਵਾਮੀ ਸਲਾਖਾਂ ਦੇ ਪਿੱਛੇ ਆਖਰ ਦਮ ਤੋੜ ਗਏ। ਬਿਲਕੁਲ, ਸਟੇਨ ਸਵਾਮੀ ਦੀ ਜਦੋਂ ਤੋਂ ਗ੍ਰਿਫਤਾਰੀ ਹੋਈ ਹੈ, ਅਸੀਂ ਉਦੋਂ ਤੋਂ ਇਸ ਖਬਰ ਨੂੰ ਫੋਲੋ ਕਰਦੇ ਆਏ ਹਾਂ। ਜਦੋਂ ਸਟੇਨ ਸਵਾਮੀ ਦਾ ਜੀ ਆਪਾਂ ਪਿਛੋਕੜ ਦੇਖਦੇ ਹਾਂ, ਇੱਕ ਈਸਾਈ ਮਿਸ਼ਨਰੀ ਝਾਰਖੰਡ ਦੇ ਜੰਗਲਾਂ ਦੇ ਵਿੱਚ ਕੰਮ ਕਰ ਰਿਹਾ ਹੈ ਜੀ, ਤੇ ਜੰਗਲਾਂ ਦੇ ਵਿੱਚ ਉਹਨਾਂ ਆਦਿਵਾਸੀਆਂ ਦਾ ਝੰਡਾ ਬਰਦਾਰ ਨਹੀਂ, ਉਹਨਾਂ ਦੇ ਲਈ ਉਹ ਲੋਹੇ ਦੀ ਲੱਠ ਬਣ ਕੇ ਖੜਿਆ ਹੈ, ਜਿਨ੍ਹਾਂ ਨੂੰ ਸਟੇਟ ਦੇ ਰਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲ, ਜੰਗਲ ਔਰ ਜ਼ਮੀਨ। ਜਲ ਤੋਂ ਬਗੈਰ ਉਹ ਨਹੀਂ ਰਹਿ ਸਕਦੇ ਜੀ, ਜੰਗਲ ਤੋਂ ਬਗੈਰ ਉਹ ਨਹੀਂ ਰਹਿ ਸਕਦੇ, ਜ਼ਮੀਨ ਤੋਂ ਬਗੈਰ ਕੋਈ ਵੀ ਨਹੀਂ ਰਹਿ ਸਕਦਾ। ਲੇਕਿਨ ਜਿਹੜੀ ਸਾਡੇ ਦੇਸ਼ ਦੀਆਂ ਸਰਕਾਰਾਂ ਹੈ, ਜਦੋਂ ਦੀਆਂ ਇਹਨਾਂ ਨੇ ਖੁੱਲ੍ਹੀਆਂ ਆਰਥਿਕ ਨੀਤੀਆਂ ਅਖਤਿਆਰ ਕੀਤੀਆਂ ਜੀ, ਉਦੋਂ ਤੋਂ ਸਥਿਤੀ ਇਹ ਹੋਈ ਵੀ ਹੈ ਕਿ ਜਿਹੜੀ ਕਾਇਦੇ ਕਾਨੂੰਨ ਮੁਤਾਬਕ ਆਦਿਵਾਸੀਆਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਹਾਸਲ ਨਹੀਂ ਕੀਤੀਆਂ ਜਾ ਸਕਦੀਆਂ ਉਨੀ ਦੇਰ ਤੱਕ ਜੀ, ਜਿੰਨੀ ਦੇਰ ਤੱਕ ਜਿਹੜੇ ਲੋਕਲ ਲੋਕਾਂ ਦੀ ਇੱਕ ਵੱਡੀ ਬਹੁ ਗਿਣਤੀ ਉਹਦੇ ਨਾਲ ਸਹਿਮਤ ਨਾ ਹੋਵੇ। ਜੀ, ਇਹ ਕਾਇਦਾ ਕਾਨੂੰਨ ਬਣਿਆ ਸੀ, ਲੇਕਿਨ ਇਹਨੂੰ
ਲਾਂਭੇ ਕਰਕੇ ਇਹਨੂੰ ਸਿੱਕੇ ਤੇ ਟੰਗ ਕੇ ਉਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੇ ਸ਼ੁਰੂ ਕਰਤੇ ਜੀ। ਇਸ ਵਾਸਤੇ ਨਹੀਂ ਕਿ ਖੇਤੀਬਾੜੀ ਵਾਸਤੇ ਕਰਨੀ ਹੈ, ਸਗੋਂ ਜਿਹੜਾ ਉਹਦੇ ਵਿੱਚ ਖਣਿਜ ਪਦਾਰਥ ਹੈ ਜੀ, ਉਹ ਖਣਿਜ ਪਦਾਰਥ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਉੱਥੋਂ ਉਹਨਾਂ ਨੂੰ ਕੱਢ ਲੈਣ ਜੀ, ਉਹਨਾਂ ਨੂੰ ਕੱਢ ਕੇ ਲਿਜਾ ਕੇ ਵਿਦੇਸ਼ਾਂ ਦੇ ਵਿੱਚ ਲੈ ਜਾਣ ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਫਿਰ ਮਹਿੰਗੇ ਭਾਅ ਦੇ ਉੱਤੇ ਜਿਹੜਾ ਸਾਜੋ ਸਮਾਨ ਬਣਾਉਣਾ ਉਹ ਭਾਰਤ ਨੂੰ ਦਿੱਤਾ ਜਾਵੇ। ਜੀ। ਜਦੋਂ ਕਿਸੇ ਬੰਦੇ ਨੂੰ ਤੁਸੀਂ ਬੇਕਾਰ ਕਰੋਗੇ ਜੀ, ਕੁਦਰਤੀ ਤੌਰ ਦੇ ਉੱਤੇ ਉਹ ਬੰਦਾ ਵਿਰੋਧ ਕਰੂਗਾ। ਉਹਨਾਂ ਦੇ ਵਿਰੋਧ ਨੂੰ ਫਿਰ ਰਿਪਰੈਸ਼ਨ ਦੇ ਨਾਲ, ਤਸ਼ੱਦਦ ਦੇ ਨਾਲ ਦਬਾਇਆ ਜਾਂਦਾ ਹੈ ਜੀ। ਤੇ ਜਦੋਂ ਕਿਸੇ ਨੂੰ ਦਬਾਇਆ ਜਾਂਦਾ, ਜੇ ਉਹਦੇ ਹੱਕ ਵਿੱਚ ਕੋਈ ਹਾਂ ਦਾ ਨਾਰਾ ਮਾਰੇ ਤਾਂ ਲੋਕ ਉਹਦੇ ਪ੍ਰਤੀ ਜਿਹੜੇ ਹੈ ਉਹਨਾਂ ਦਾ ਝੁਕਾਅ ਹੁੰਦਾ ਹੈ, ਹੋ ਜਾਂਦਾ। ਬਿਲਕੁਲ ਇਸ ਮੁੱਦੇ ਨੂੰ ਆਪਾਂ ਜੇ ਲੈ ਕੇ ਦੇਖੀਏ ਤਾਂ ਇੱਕ ਭਾਰਤ ਦੇ ਵਿੱਚ ਚਾਹੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਹ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਹੋਰਾਂ ਦੀ ਸਰਕਾਰ ਸੀ ਤੇ ਫਿਰ ਨਰਿੰਦਰ ਮੋਦੀ ਹੋਰਾਂ ਦੀ ਸਰਕਾਰ ਬਣ ਗਈ। ਆਮ ਤੌਰ ਦੇ ਉੱਤੇ ਇਹਨਾਂ ਨੇ ਜਿਹੜਾ ਇਹਨਾਂ ਦਾ ਪੋਲੀਟੀਕਲ ਨਕਸ਼ਾ ਹੈ, ਇੱਕ ਤਾਂ ਪੋਲੀਟੀਕਲ ਨਕਸ਼ਾ ਦੇਸ਼ ਵਾਲਾ, ਇੱਕ ਜਿਹੜਾ ਇੰਟਰਨਲ ਸਿਕਿਉਰਿਟੀ ਵਾਲਾ, ਹਾਂਜੀ, ਉਹਦੇ ਵਿੱਚ ਇਹਨਾਂ ਨੇ ਇੱਕ ਦਾਇਰਾ ਲਾਇਆ ਹੋਇਆ ਕੁਝ ਇਲਾਕਿਆਂ ਦੇ ਉੱਤੇ ਕਿ ਇਹ ਰੈੱਡ ਜ਼ੋਨ ਹੈ ਜੀ। ਰੈੱਡ ਜ਼ੋਨ ਉਹਨੂੰ ਕਹਿੰਦੇ ਆ ਜਿੱਥੇ ਲੋਕਾਂ ਦੇ ਨਾਲ ਜ਼ਿਆਦਤੀਆਂ ਹੁੰਦੀਆਂ, ਧੱਕੇ ਹੁੰਦੇ ਤੇ ਜਿਹੜੇ ਲੋਕ ਉਹਨਾਂ ਦੀ ਮਦਦ ਦੇ ਉੱਤੇ ਆਉਂਦੇ, ਜਦੋਂ ਉਹਨਾਂ ਨੂੰ ਲੜਨਾ ਸਿਖਾਉਂਦੇ ਆ ਉਹਨਾਂ ਨੂੰ ਕਹਿ ਦਿੰਦੇ ਇੱਥੇ ਨਕਸਲਬਾੜੀ ਹੈ ਤੇ ਮਾਓਵਾਦੀ ਹੈ। ਜੀ ਬਿਲਕੁਲ ਉਸੇ ਤਰ੍ਹਾਂ ਦੇ ਉੱਤੇ ਜਿਵੇਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਇਹ ਅੱਤਵਾਦੀ ਹੈ, ਇਹ ਵੱਖਵਾਦੀ ਹੈ, ਇਹ ਮਾਓਵਾਦੀ ਹੈ, ਖਾਲਿਸਤਾਨੀ, ਬੜਾ ਕੁਝ ਕਿਹਾ ਗਿਆ। ਕਿਉਂਕਿ ਇਹ ਲੋਕ ਤਾਂ ਜਿਹੜੇ ਹੈਗੇ ਆ, ਜਿਹੜੇ ਆਪਾਂ ਤਹਿਜੀਬਸ਼ੁਦਾ ਲੋਕ, ਆਪਾਂ ਪੜ੍ਹੇ ਲਿਖੇ ਲੋਕ ਆ, ਆਦਿਵਾਸੀ ਤਾਂ ਵਿਚਾਰੇ ਪੜ੍ਹੇ ਲਿਖੇ ਨਹੀਂ, ਉਹ ਤਾਂ ਤੀਰ ਕਮਾਨਾਂ ਵਾਲੇ ਨੰਗ ਧੜੰਗੇ ਵਿਚਾਰੇ ਜਿਹੜੇ ਹੈਗੇ ਆਪਣੇ ਛਿੱਲਾਂ ਦੇ ਨਾਲ ਆਪਣੇ ਤਨ ਢੱਕਣ ਵਾਲੇ ਬੰਦੇ ਹੈ। ਜਦੋਂ ਉੱਥੇ ਉਹ ਲੋਕ ਜਿਹੜੇ ਗਏ, ਉਹਨਾਂ ਨੇ ਜਾ ਕੇ ਸੁਚੇਤ ਕੀਤਾ ਕਿ ਕੋਈ ਸਮਾਜ ਦੇ ਵਿੱਚ ਇਸ ਕਿਸਮ ਦੀਆਂ ਤਾਕਤਾਂ ਵੀ ਹੈਗੀਆਂ ਜਿਹੜੀਆਂ ਤਾਕਤਾਂ ਲੋਕਾਂ ਨੂੰ ਐਜੂਕੇਟ ਕਰਦੀਆਂ ਆਪਣੇ ਹੱਕਾਂ ਤੇ ਹਕੂਕਾਂ ਦੀ ਖਾਤਰ। ਤਾਂ ਉਹ ਤੋਂ ਬਾਅਦ ਫਿਰ ਬੜੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਉੱਤੇ ਤਸ਼ੱਦਦ ਸ਼ੁਰੂ ਹੋਇਆ ਜੀ। ਲਗਭਗ 3000 ਬੰਦਾ ਝਾਰਖੰਡ ਦਾ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਹੋਇਆ ਔਰ ਉਹਨਾਂ ਬੰਦਿਆਂ ਦਾ ਜੇ ਆਪਾਂ ਕਹੀਏ ਕੋਈ ਵਾਰਸ ਦੇ ਰੂਪ ਦੇ ਵਿੱਚ ਸਾਹਮਣੇ ਖੜਾ ਹੋਇਆ ਸੀ ਤਾਂ ਉਹ ਸਵਾਮੀ ਸਟੇਨ ਖੜਾ ਹੋਇਆ ਸੀ ਜੀ। ਸਵਾਮੀ ਸਟੇਨ ਨੇ ਉਹਨਾਂ ਦੀ ਪੈਰਵੀ ਕੀਤੀ, ਉਹਨਾਂ ਦਾ ਸਾਰਾ ਕੁਝ ਕੀਤਾ ਤੇ ਫਿਰ ਹੋਇਆ ਕੀ ਕਿ ਇੰਡੀਅਨ ਸਟੇਟ ਦੇ ਅੱਖ ਦਾ ਜਿਹੜਾ ਹੈਗਾ ਤਿਨਕਾ ਜੀ, ਉਹ ਸਵਾਮੀ ਸਟੇਨ ਵੀ ਬਣ ਗਿਆ। ਫਿਰ ਦਾਨੇਲੀਆ ਸਾਹਿਬ ਤੁਹਾਡੇ ਯਾਦ ਹੋਣਾ ਹੈ 31 ਦਸੰਬਰ 2017 ਦੀ ਗੱਲ ਹੈ ਜੀ, ਜਦੋਂ ਭੀਮਾ ਕੌਰੇ ਗਾਉਂ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ, ਦਲਿਤ ਭਾਈਚਾਰੇ ਨੇ ਕੀਤਾ ਸੀ। ਹਾਂਜੀ ਹਾਂਜੀ। ਔਰ ਉਹ ਦਲਿਤ ਭਾਈਚਾਰਾ ਕਿਹੜਾ ਸੀ? ਉਹ ਦਲਿਤ ਭਾਈਚਾਰਾ ਉਹ ਹੈ ਜਿਹਨੂੰ ਮਹਾਰ ਭਾਈਚਾਰਾ ਕਹਿੰਦੇ ਆ ਜੀ। ਭਾਰਤ ਦੀ ਜਿਹੜੀ ਫੌਜ ਹੈ ਇਹਦੇ ਵਿੱਚ ਇੱਕ ਮਹਾਰ ਰੈਜੀਮੈਂਟ ਵੀ ਹੈਗੀ ਹੈ ਜੀ, ਹੈਗੀ। ਇਹ ਬੰਦੇ ਬੜੇ ਦਲੇਰ ਤੇ ਬੜੇ ਮਤਲਬ ਜਿਹੜੇ ਹੈਗੇ ਆਪਾਂ ਕਹਿ ਦਈਏ ਯੋਧੇ ਕਿਸਮ ਦੇ ਬੰਦੇ ਆ, ਬਹਾਦਰ ਹੁੰਦੇ ਆ। ਜਿਸ ਵੇਲੇ ਮਹਾਰਾਸ਼ਟਰ ਦੇ ਵਿੱਚ ਪੇਸ਼ਵਾ ਰਾਜ ਹੁੰਦੇ ਸੀ, ਪੇਸ਼ਵਾ ਰਾਜੇ ਹੁੰਦੇ ਸੀ, ਉਸ ਵੇਲੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੈਗਾ ਬੇਇਨਸਾਫੀ ਹੁੰਦੀ ਸੀ, ਸਮਾਜਿਕ ਤੌਰ ਦੇ ਉੱਤੇ ਇਹਨਾਂ ਦੇ ਨਾਲ ਨਾ ਇਨਸਾਫੀ ਹੁੰਦੀ ਸੀ ਜੀ। ਉਦੋਂ ਹਾਲਤ ਇਹ ਬਣੀ ਹੁੰਦੀ ਸੀ ਕਿ ਜਿਹੜਾ ਕੋਈ ਦਲਿਤ ਹੈ, ਮਹਾਰ ਕਮਿਊਨਿਟੀ ਨਾਲ ਸੰਬੰਧਿਤ ਬੰਦਾ, ਜੇ ਉਹਨੇ ਕਿਤੋਂ ਦੀ ਲੰਘਣਾ ਤਾਂ ਉਹਦੇ ਲੱਕ ਦੇ ਨਾਲ ਝਾੜੂ ਬੰਨਿਆ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਧਰਤੀ ਦੇ ਉੱਤੇ ਦੀਆਂ ਪੈੜਾਂ ਉਹ ਪੈੜਾਂ ਵੀ ਨਾ ਰਹਿਣ, ਝਾੜੂ ਉਹਨਾਂ ਪੈੜਾਂ ਦੇ ਉੱਤੋਂ ਦੀ ਵੱਜਦਾ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਪੈੜਾਂ ਉਹ ਖਤਮ ਹੋ ਜਾਣ। ਜਿੱਥੇ ਇਹੋ ਜਿਹਾ ਵਿਤਕਰਾ ਹੁੰਦਾ ਹੋਵੇ ਤੇ ਉਸ ਫਿਰ ਭਾਈਚਾਰੇ ਦੇ ਵਿੱਚ ਜਿਹੜੇ ਵਿਤਕਰਾ ਕਰਨ ਵਾਲਾ ਭਾਈਚਾਰਾ ਉਹਦੇ ਪ੍ਰਤੀ ਰੰਜਤਾ ਹੁੰਦਾ ਹੀ ਹੈ। ਬਿਲਕੁਲ ਹੁੰਦਾ ਜੀ। ਇਹ ਟਾਈਮ ਉਦੋਂ ਹੈ ਜਦੋਂ ਈਸਟ ਇੰਡੀਆ ਕੰਪਨੀ ਇਸ ਦੇਸ਼ ਦੇ ਵਿੱਚ ਆਈ ਹੈ ਜੀ। ਈਸਟ ਇੰਡੀਆ ਕੰਪਨੀ ਨੇ ਜਦੋਂ ਆਪਣੇ ਪੈਰ ਜਮਾਉਣੇ ਸ਼ੁਰੂ ਕਰਤੇ ਤੇ ਆਪਾਂ ਸਪਸ਼ਟ ਕਰ ਦਈਏ ਕਿ ਇਹ ਈਸਟ ਇੰਡੀਆ ਕੰਪਨੀ ਵਪਾਰ ਕਰਨ ਵਾਸਤੇ ਆਈ ਸੀ ਔਰ ਉਹ ਵਪਾਰ ਕਰਨ ਵਾਲੀ ਕੰਪਨੀ ਤੋਂ ਚੱਲਦਿਆਂ ਅੰਗਰੇਜ਼ਾਂ ਨੇ ਇੱਥੇ ਆ ਕੇ ਰਾਜ ਭਾਗ ਕੀਤਾ ਸੀ। 200 ਸਾਲ ਇਸ ਦੇਸ਼ ਦੇ ਵਿੱਚ ਉਹਨਾਂ ਨੇ ਰਾਜ ਕੀਤਾ ਸੀ। ਪੰਜਾਬ ਦਾ ਇੱਕ ਕੇਸ ਵੱਖਰਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ 1849 ਚ ਮੌਤ ਹੁੰਦੀ ਹੈ। ਉਹ ਤੋਂ ਬਾਅਦ ਇੱਥੇ ਜਿਹੜੇ ਕਾਬਜ ਹੋਏ ਸੀ ਅੰਗਰੇਜ਼ ਤੇ 1947 ਚ ਦੇਸ਼ ਆਜ਼ਾਦ ਹੋਇਆ, ਸਾਡੇ 98 ਸਾਲ ਬਣਦੇ ਹੈ। ਲੇਕਿਨ ਜੇ ਬਾਕੀ ਭਾਰਤ ਨੂੰ ਆਪਾਂ ਦੇਖੀਏ ਤਾਂ ਬਾਕੀ ਭਾਰਤ ਦੇ ਵਿੱਚ ਇਹਨਾਂ ਦਾ 200 ਸਾਲ ਰਾਜ ਰਿਹਾ ਸੀ। ਤਾਂ ਈਸਟ ਇੰਡੀਆ ਕੰਪਨੀ ਵਾਲਿਆਂ ਦਾ ਜਦੋਂ ਪੇਸ਼ਵਾਵਾਂ ਨੇ ਵਿਰੋਧ ਕੀਤਾ ਤੇ ਉਹਨਾਂ ਨੇ ਆਪਣੀ ਫੌਜ ਲੈ ਕੇ ਆ ਗਏ। ਲੇਕਿਨ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਉਹਨਾਂ ਦੀ ਗੋਰੀ ਫੌਜ ਹੈ, ਉਹ ਗੋਰੀ ਫੌਜ ਭਾਰਤੀ ਸਥਿਤੀਆਂ ਦੇ ਮੁਤਾਬਕ ਲੜਾਈ ਨਹੀਂ ਲੜ ਸਕਦੀ। ਉਹ ਕਮਾਂਡ ਤਾਂ ਦੇ ਸਕਦੇ ਆ ਲੇਕਿਨ ਲੜਨ ਵਾਸਤੇ ਬੰਦੇ ਚਾਹੀਦੇ ਆ। ਤੇ ਫਿਰ ਉਹਨਾਂ ਨੇ ਮਹਾਰ ਕਮਿਊਨਿਟੀ ਵੱਲ ਨਿਗਾਹ ਮਾਰੀ ਕਿ ਆਹ ਲੋਕ ਹੈ ਜਿਨ੍ਹਾਂ ਦੇ ਨਾਲ ਜਿਹੜਾ ਹੈਗਾ ਜਾਤੀ ਆਧਾਰਿਤ ਵਿਤਕਰੇਬਾਜ਼ੀ ਹੁੰਦੀ ਹੈ ਤੇ ਇਹਨਾਂ ਨੂੰ ਆਪਾਂ ਇਸਤੇਮਾਲ ਕਰ ਸਕਦੇ। ਉਹਨਾਂ ਨੇ ਆਪਣੀ ਫੌਜ ਦੇ ਵਿੱਚ ਅੰਗਰੇਜ਼ਾਂ ਨੇ ਉਹਨਾਂ ਨੂੰ ਭਰਤੀ ਕੀਤਾ, ਈਸਟ ਇੰਡੀਆ ਕੰਪਨੀ ਵਾਲਿਆਂ ਨੇ, ਤੇ ਫਿਰ ਉਹਨਾਂ ਦੀ ਇੱਕ ਜੰਗ ਹੋਈ ਸੀ। ਉਸ ਜੰਗ ਦੇ ਵਿੱਚ ਜਿਹੜੇ ਸੀਗੇ ਮਹਾਰ ਕਮਿਊਨਿਟੀ ਦੇ ਲੋਕ, ਉਹਨਾਂ ਨੇ ਪੇਸ਼ਵਾਵਾਂ ਨੂੰ ਹਰਾ ਦਿੱਤਾ ਸੀ। ਤੇ ਫਿਰ ਬਾਅਦ ਦੇ ਵਿੱਚ ਉੱਥੇ ਬਹੁਤ ਲੰਬੇ ਮੇਰੇ 26-27 ਦੇ ਵਿੱਚ ਉੱਥੇ ਜਾ ਕੇ ਇੱਕ ਲਾਟ ਬਣਾਈ ਸੀ, ਉਹਨਾਂ ਦੀ ਇੱਕ ਯਾਦਗਾਰ ਬਣਾਈ ਸੀ।
ਉਸ ਯਾਦਗਾਰ ਦੇ ਉੱਤੇ ਦਲਿਤ ਭਾਈਚਾਰੇ ਦੇ ਲੋਕ ਜਿਹੜੇ ਇਕੱਤਰ ਹੁੰਦੇ ਹੈ ਜੀ ਤੇ ਦਸੰਬਰ 2017 ਸ਼ਾਇਦ 31 ਦਸੰਬਰ 2017 ਸੀ ਜਿਹੜਾ ਇਕੱਠ ਹੋਇਆ ਸੀ। ਉਸ ਇਕੱਠ ਦੇ ਵਿੱਚ ਬੜੇ ਬੜੇ ਵਿਦਵਾਨ ਬੰਦੇ ਗਏ ਸੀ। ਸਿਮਰਜੀਤ ਸਿੰਘ ਮਾਨ ਹੋਰੀ ਗਏ ਸੀ। ਔਰ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਜਿੰਨੇ ਭਾਸ਼ਣ ਮੈਂ ਹੁਣ ਤੱਕ ਸੁਣੇ, ਸਭ ਤੋਂ ਇਤਿਹਾਸਕ ਭਾਸ਼ਣ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਉਸ ਦੇ ਵਿੱਚ ਸੀ। ਜੀ ਜੀ ਉਹਦੇ ਵਿੱਚ ਬੜੇ ਵੱਡੇ ਜਿਹੜੇ ਹੈਗੇ ਚਿੰਤਕ ਵੀ ਆਏ ਸੀ। ਔਰ ਉਹ ਤੋਂ ਪਹਿਲਾਂ ਇੱਕ ਜਿਹੜੀ ਹੈ ਅਲਗਾਰ ਜਿਹੜੀ ਹੈਗੀ ਹੈ ਸਭਾ ਹੋਈ ਸੀ ਪੂਨੇ ਦੇ ਵਿੱਚ, ਉਹਨਾਂ ਦੀ ਕੋਈ ਮੀਟਿੰਗ ਵਗੈਰਾ ਹੋਈ ਸੀ। ਉਸ ਮਾਮਲੇ ਦੇ ਵਿੱਚ ਜਿਹੜੇ ਸਵਾਮੀ ਸਟੇਨ ਆਪਣਾ ਸੁਧਾ ਭਾਰਦਵਾਜ ਵਗੈਰਾ ਕਿੰਨੇ ਸਾਰੇ ਲੋਕ, ਬਰਬਰਾ ਰਾਓ ਜਿਹੜੇ ਹੈਗੇ ਆ, ਵੱਡੇ ਲੋਕ ਜਿਹੜੇ ਸੀਗੇ ਜਿਹਨਾਂ ਨੂੰ ਆਪਾਂ ਕਹਿ ਸਕਦੇ ਬੁੱਧੀਜੀਵੀ, ਜਿਹੜੇ ਬੜੇ ਸੁਚੇਤ ਬੰਦੇ ਸੀ, ਜਿਹੜੇ ਵਕੀਲ ਵੀ ਸੀ, ਪ੍ਰੋਫੈਸਰ ਵੀ ਸੀ, ਪ੍ਰੋਫੈਸਰ ਸਾਈਂ ਦਾਸ ਵਰਗੇ ਬੰਦੇ, ਸਾਰੇ ਬੰਦਿਆਂ ਨੂੰ ਉਹਨਾਂ ਨੂੰ ਇਨਵੋਲਵ ਕੀਤਾ ਗਿਆ। ਔਰ ਮੈਂ ਇੱਥੇ ਵੀ ਦੱਸ ਦਵਾਂ ਕਿ ਜਦੋਂ ਇਹ ਕੇਸ ਰਜਿਸਟਰ ਹੋਇਆ ਸੀ ਭੀਮਾ ਕੋਰੇਗਾਂਵ ਵਾਲਾ, ਉਦੋਂ ਉਸ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਕੋਲੀਸ਼ਨ ਸਰਕਾਰ ਹੁੰਦੀ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੁੰਦਾ ਸੀ ਤੇ ਉਹਦੇ ਵਿੱਚ ਹੀ ਹੁੰਦੀ ਸੀਗੀ ਆਪਣੀ ਇਹ ਸ਼ਿਵ ਸੈਨਾ ਵਾਲੇ ਵੀ। ਤਾਂ ਜਦੋਂ 2000 ਆਪਣਾ ਜਿਹੜੀ ਪ੍ਰੈਜ਼ੈਂਟ ਅਸੈਂਬਲੀ ਦੀਆਂ ਚੋਣਾਂ ਹੋਈਆਂ, ਇਹਨਾਂ ਚੋਣਾਂ ਵੇਲੇ ਜਿਹੜੀ ਇਹ ਕਾਂਗਰਸ ਪਾਰਟੀ ਤੇ NCP ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਪ੍ਰੋਮਿਸ ਕੀਤਾ ਸੀ ਕਿ ਜੇ ਸਾਡੀ ਸਰਕਾਰ ਆ ਗਈ ਜਾਂ ਸਾਡੀ ਸ਼ਮੂਲੀਅਤ ਵਾਲੀ ਸਰਕਾਰ ਬਣੀ ਤਾਂ ਅਸੀਂ ਫਿਰ ਜਿਹੜੀ ਹੈਗੀ ਭੀਮਾ ਕੋਰੇਗਾਂਵ ਵਾਲੇ ਕੇਸ ਦਾ ਰਿਵਿਊ ਕਰਨ ਵਾਸਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਵਾਂਗੇ ਔਰ ਇਹ ਜਿਹੜੇ ਝੂਠੇ ਕੇਸ ਹੈ ਇਹਨਾਂ ਨੂੰ ਰੱਦ ਕਰਾਂਗੇ। ਇੱਥੋਂ ਬੇਈਮਾਨੀ ਦਾ ਪਤਾ ਲੱਗਦਾ ਹੈ। ਸਰਕਾਰ ਆ ਗਈ ਤੇ ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਫਿਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਕੇਂਦਰ ਦੀ ਏਜੰਸੀ ਹੈ NIA ਨੇ ਆਟੋਮੈਟਿਕਲੀ ਉਹ ਕੇਸ ਜਿਹੜਾ ਹੈਗਾ ਸਟੇਟ ਗਵਰਨਮੈਂਟ ਦੀ ਕੰਸੈਂਟ ਤੋਂ ਬਗੈਰ ਆਪਦੇ ਹੈਂਡ ਓਵਰ ਹੱਥ 'ਚ ਲੈ ਲਿਆ। ਉਹ ਹੱਥ 'ਚ ਲੈਣ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਤਾ। ਹੁਣ ਜਿਹੜੇ ਇਹ ਸਵਾਮੀ ਜੀ ਹੈ, ਸਵਾਮੀ ਜੀ ਦੀ ਉਮਰ ਆ 84 ਸਾਲ ਸੀ। ਪਾਰਕਨ ਦੇ ਉਹ ਮਰੀਜ਼, ਉਹ ਮਤਲਬ ਆਪਣੇ ਹੱਥ ਨਾਲ ਫੜ ਕੇ ਰੋਟੀ ਵੀ ਨਹੀਂ ਖਾ ਸਕਦੇ ਸੀ, ਉਹ ਪਾਣੀ ਵੀ ਨਹੀਂ ਪੀ ਸਕਦੇ ਸੀ। ਔਰ ਪਾਣੀ ਪੀਣ ਵਾਸਤੇ ਉਹਨਾਂ ਨੇ ਅਦਾਲਤ ਨੂੰ ਦਰਖਾਸਤ ਦਿੱਤੀ ਕਿ ਮੈਨੂੰ ਪਾਈਪ ਨੂੰ ਕੋਈ ਚੀਜ਼ ਦੇ ਦਿੱਤੇ ਜਾਵੇ ਕਿ ਮੈਂ ਮੂੰਹ 'ਚ ਪਾ ਕੇ ਤੇ ਜਿਹੜਾ ਪਾਣੀ ਹੋਊਗਾ ਪਾਣੀ ਪੀ ਲਾਂ, ਜਾਂ ਕੋਈ ਤਰਲ ਚੀਜ਼ ਹੈ ਜਿਹੜੀ ਮੈਂ ਉਹ ਲੈ ਲਵਾਂ। ਜਿਸ ਬੰਦੇ ਦੀ ਹਾਲਤ ਇਹ ਹੋਵੇ, ਜਿਸ ਬੰਦੇ ਤੋਂ ਆਪਣੀ ਕਾਇਆ ਨਾ ਸੰਭਾਲੀ ਜਾਂਦੀ ਹੋਵੇ, ਉਸ ਬੰਦੇ ਤੋਂ ਇੰਡੀਅਨ ਸਟੇਟ ਨੂੰ ਕਹਿੰਦੇ ਜੀ ਬਹੁਤ ਵੱਡਾ ਖਤਰਾ ਹੈ, ਇਹ ਬੰਦਾ ਸਾਨੂੰ ਤਬਾਹ ਕਰ ਦੂਗਾ ਜੀ, ਇਹਨੂੰ ਤਾਂ ਅਸੀਂ ਜੇਲ੍ਹ ਦੇ ਵਿੱਚ ਰੱਖਣਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ NIA ਨੂੰ ਗ੍ਰਿਫਤਾਰ ਕਰ ਲਿਆ। ਉਹਦਾ ਜੁਡੀਸ਼ੀਅਲ ਆਪਦਾ ਜਿਹੜਾ ਪੁਲਿਸ ਰਿਮਾਂਡ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ, ਕੋਈ ਉਹਦੀ ਪੁੱਛਗਿੱਛ ਨਹੀਂ ਕੀਤੀ, ਫੜ ਕੇ ਜੇਲ੍ਹ 'ਚ ਦੇਤਾ। ਉਹ ਬੰਦਾ ਜੇਲ੍ਹ 'ਚ ਬੈਠਾ ਰਿਹਾ, ਬੜੇ ਸਬਰ ਦੇ ਨਾਲ ਬੈਠਾ ਰਿਹਾ, ਕੋਈ ਗੱਲ ਨਹੀਂ ਸੀ। ਅਖੀਰ ਉਹਨੂੰ ਕਰੋਨਾ ਹੋ ਗਿਆ। ਜਦੋਂ ਕਰੋਨਾ ਹੋ ਗਿਆ, ਉਹਨੇ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਕਰੋਨਾ ਹੋ ਗਿਆ, ਮੇਰਾ ਕਹਿੰਦੇ ਜੀ ਮੈਡੀਕਲ ਕਰ ਲਓ। ਸਰਕਾਰੀ ਹਸਪਤਾਲ ਦੇ ਵਿੱਚ ਉਹ ਮੈਡੀਕਲ ਹੋਇਆ, ਕਹਿੰਦੇ ਜੀ ਰਿਪੋਰਟ ਨੈਗੇਟਿਵ ਹੈ, ਹਾਲਤ ਨਿੱਘਰਦੀ ਜਾਵੇ। ਫਿਰ ਐਪਲੀਕੇਸ਼ਨ ਪਾਈ ਕਿ ਮੈਨੂੰ ਇਹਦੇ 'ਤੇ ਕੋਈ ਜਿਹੜਾ ਹੈਗਾ ਯਕੀਨ ਨਹੀਂ। ਫਿਰ ਇੱਕ ਪ੍ਰਾਈਵੇਟ ਹਸਪਤਾਲ ਹੈ ਜਿਹੜਾ ਉੱਥੇ ਭੇਜਿਆ ਗਿਆ। ਜਦੋਂ ਉੱਥੇ ਟੈਸਟ ਲਿਆ ਤੇ ਪੋਜ਼ਿਟਿਵ, ਉਦੋਂ ਤੋਂ ਹਸਪੀਟਲ ਦੇ ਵਿੱਚ ਐਡਮਿਟ ਹੈ। ਔਰ ਉਦੋਂ ਤੋਂ ਐਡਮਿਟ ਹੈ। ਉਹਨੇ ਜਿਹੜੀ ਬੇਲ ਐਪਲੀਕੇਸ਼ਨ ਪਾਉਂਦਾ ਤੇ ਇਹਦੀ ਬੇਲ ਐਪਲੀਕੇਸ਼ਨ ਜਿਹੜੀ ਹੈ ਥੱਲੇ ਸਪੈਸ਼ਲ ਕੋਰਟ ਜਿਹੜੀ NIA ਉਹਨੂੰ ਰਿਜੈਕਟ ਕਰ ਦਿੰਦੀ ਹੈ। ਕਿਉਂ ਰਿਜੈਕਟ ਕਰਦੀ ਹੈ? ਕਿਉਂਕਿ UAPA ਕਾਨੂੰਨ ਹੈ ਜਿਹੜਾ, ਉਹਦੇ ਵਿੱਚ ਇੱਕ ਧਾਰਾ ਹੈ, ਜਿਸ ਧਾਰਾ ਦੇ ਜ਼ਰੀਏ ਪ੍ਰਬੰਧ ਕੀਤਾ ਗਿਆ ਕਿ ਜਿੰਨੀ ਦੇਰ ਤੱਕ ਜਿਹੜੀ ਹੈਗੀ ਇਨਵੈਸਟੀਗੇਟਿੰਗ ਏਜੰਸੀ ਉਹ ਆ ਕੇ ਆਪਣੀ ਜਿਹੜੀ ਹੈਗੀ ਹੈ ਸਹਿਮਤੀ ਨਹੀਂ ਦਿੰਦੀ, ਉਨੀ ਦੇਰ ਜ਼ਮਾਨਤ ਨਹੀਂ ਹੋ ਸਕਦੀ। ਔਰ ਉਹੋ ਜਿਹੇ ਬੰਦੇ ਨੂੰ ਸਹਿਮਤੀ ਕਿਹਨੇ ਦੇਣੀ ਸੀ? ਫਿਰ ਉਸਨੇ ਜਿਹੜੇ ਹੈਗੇ ਆ ਸਵਾਮੀ ਸਟੇਨ ਹੋਰਾਂ ਨੇ, ਉਹਨਾਂ ਦੇ ਵਕੀਲ ਨੇ ਪਟੀਸ਼ਨ ਪਾਈ ਕਿ ਉਹਨੂੰ ਚੈਲੰਜ ਕੀਤਾ ਜਾਵੇ। ਉਸ ਧਾਰਾ ਨੂੰ ਧਾਰਾ ਵਾਲੀ ਚੈਲੰਜ ਕੀਤੀ ਗਈ। ਲਓ ਜੀ, ਉਹਨਾਂ ਦੀ ਜਿਹੜੀ ਹੈਗੀ ਹੈ ਪੇਸ਼ੀ ਹੁੰਦੀ ਹੈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ, ਤੇ ਉਹ ਅਦਾਲਤ ਨੂੰ ਕੀ ਕਹਿੰਦੇ ਹੈ? ਉਹ ਜੱਜ ਨੂੰ ਕਹਿੰਦੇ ਆ ਕਿ ਜੱਜ ਸਾਹਿਬ ਮੇਰਾ ਫੈਸਲਾ ਕਰ ਦਿਓ, ਨਹੀਂ ਮੈਂ ਇੱਥੇ ਮਰ ਜੂੰਗਾ, ਮੇਰਾ ਅੰਤ ਨੇੜੇ ਆਇਆ ਪਿਆ, ਮੈਂ ਮਰ ਜਾਣਾ। ਲੇਕਿਨ ਦਾਨੀਵਾਲੀਆ ਸਾਹਿਬ ਦੇਖੋ, ਗੱਲ ਹੈ ਕਿ ਬੰਦੇ ਦੀ ਪੇਸ਼ੀ ਸੀ 3 ਜੁਲਾਈ ਨੂੰ ਕਹਿੰਦੇ ਕੰਮ ਬਾਹਲਾ ਜੀ, 6 ਨੂੰ ਆਪਾਂ ਇਹਦੀ ਸੁਣਵਾਈ ਕਰਾਂਗੇ। ਉਹਦੀ ਸੁਣਵਾਈ ਹੁਣ ਤੇ 5 ਨੂੰ ਕੱਲ ਉਹਦੀ ਡੈਥ ਹੋ ਗਈ। ਕੱਲ ਜਦੋਂ ਡੈਥ ਹੋ ਗਈ, ਜਿਹੜਾ ਹਸਪੀਟਲ ਦਾ ਡਾਇਰੈਕਟਰ ਸੀ ਉਹਨੇ ਇਨਫੋਰਮ ਕੀਤਾ, ਸਵਾਮੀ ਜੀ ਦੇ ਵਕੀਲ ਨੇ ਇਨਫੋਰਮ ਕੀਤਾ ਜੀ ਸਵਾਮੀ ਜੀ ਨਹੀਂ ਰਹੇ, ਉਹ ਤਾਂ ਪਾਰ ਹੋ ਗਏ। ਤੇ ਫਿਰ ਕਲਮਾ ਮੂੰਹ 'ਚ ਲੈ ਕੇ ਜੱਜ ਸਾਹਿਬਾਨ ਕਹਿੰਦੇ ਸਾਡੇ ਕੋਲ ਸ਼ਬਦ ਨਹੀਂ, ਅਸੀਂ ਸ਼ਰਧਾਂਜਲੀ ਕਿਵੇਂ ਭੇਟ ਕਰੀਏ। ਹੁਣ ਤੁਸੀਂ ਇਹ ਦੇਖੋ ਸਿਸਟਮ ਕੀ ਹੈ। ਸਿਸਟਮ ਇਹ ਹੈ ਕਿ ਮਿਸਟਰ ਓਮ ਪ੍ਰਕਾਸ਼ ਚੌਟਾਲਾ ਜਿਹੜਾ ਰਿਸ਼ਵਤ ਲੈ ਕੇ ਬੰਦੇ ਭਰਤੀ ਕਰਨ ਵਾਲਾ ਹੈ, ਉਹਨੂੰ ਤਾਂ ਜੀ ਕਹਿੰਦੇ ਕਰੋਨਾ ਹੋ ਗਿਆ। ਕਰੋਨਾ ਦੇ ਵਜ੍ਹਾ ਕਾਰਨ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਪੈਰੋਲ ਦੇ ਦਿਓ, ਜਿਨ੍ਹਾਂ ਨੂੰ ਅਦਾਲਤਾਂ ਨੇ ਕਨਵਿਕਟ ਕੀਤਾ ਹੋਇਆ। ਇੱਥੇ ਕੀ ਹੋਇਆ ਕਿ ਇੱਥੇ ਅਜੇ ਤੱਕ ਚਾਰਜ ਸ਼ੀਟ ਪੇਸ਼ ਨਹੀਂ ਹੋਈ। ਅਦਾਲਤ ਦੇ ਵਿੱਚ ਚਾਰਜ ਸ਼ੀਟ ਪੇਸ਼ ਨਹੀਂ ਹੋਈ ਤੱਕ ਤਾਂ ਚਲਾਨ ਨਹੀਂ ਪੇਸ਼ ਕੀਤਾ। ਚਲਾਨ
ਪੇਸ਼ ਕੀਤੇ ਤੋਂ ਬਗੈਰ ਬੰਦੇ ਨੂੰ ਪਿਛਲੇ 250 ਦਿਨਾਂ ਤੋਂ 200 ਦਿਨਾਂ ਤੋਂ ਤੁਸੀਂ ਉਹਨੂੰ ਅੰਦਰ ਰੱਖੀ ਬੈਠੇ ਹੋ। ਐਡੀ ਵੱਡੀ ਉਹਦੀ ਉਮਰ ਹੈ, ਉਹਦੇ ਵਾਸਤੇ ਕਰੋਨਾ ਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਬੰਦਸ਼ਾਂ ਜਿਹੜੀਆਂ ਉਹ ਖਤਮ ਹੈ ਜੀ। ਉਹਦੇ ਬਾਅਦ ਉਹਨੂੰ ਨਹੀਂ ਕਿਸੇ ਨੇ ਰਿਹਾ ਕੀਤਾ। ਬਿਲਕੁਲ ਰਿਹਾ ਕਿਉਂ ਨਹੀਂ ਕੀਤਾ? ਕਿਉਂਕਿ ਉਹ ਦੁੱਖ ਦੀ ਹੱਥ ਦੇ ਉੱਤੇ ਦੁੱਖ ਦੀ ਰੱਖ ਦੇ ਉੱਤੇ ਹੱਥ ਰੱਖਦਾ ਹੈ। ਉਹ ਬੰਦਾ ਕਹਿੰਦਾ ਇਹ ਸਿਸਟਮ ਲੁਟੇਰਾ, ਇਸ ਸਿਸਟਮ ਨੂੰ ਤਬਦੀਲ ਕਰੋ ਜੀ। ਉਹ ਉਹਨਾਂ ਵਰਗਾ ਨਹੀਂ ਜਿਹੜੇ ਸਵਰਾਜ ਨਾਂ ਦਾ ਕਿਤਾਬਚਾ ਜਾਰੀ ਕਹਿੰਦੇ ਆ ਜੀ ਤਬਦੀਲੀ ਕਰਾਂਗੇ ਪਰ ਸਿਸਟਮ ਅਸੀਂ ਇਹੀ ਰੱਖਾਂਗੇ। ਉਹ ਕਹਿੰਦੇ ਨਹੀਂ, ਇਹ ਸਿਸਟਮ ਜਿਹੜਾ ਹੈਗਾ ਲੁਟੇਰਾ ਸਿਸਟਮ, ਇਹਨੂੰ ਚੇਂਜ ਕਰੋ। ਜਿਹੜੀ 3000 ਆਦਿਵਾਸੀਆਂ ਦੀ ਉਹ ਲੜਾਈ ਲੜਦਾ ਸੀ ਜੀ, ਉਹਨਾਂ 3000 ਆਦਿਵਾਸੀਆਂ ਨੂੰ ਮਾਓਵਾਦੀ ਬਣਾਤਾ, ਉਹਨਾਂ ਨੂੰ ਅੱਤਵਾਦੀ ਬਣਾਤਾ ਕਿ ਇਹ ਜਿਹੜਾ ਹੈਗਾ ਫਾਦਰ ਸਟੇਨ ਸਵਾਮੀ ਇਹ ਤਾਂ ਅੱਤਵਾਦੀਆਂ ਦਾ ਹਮਾਇਤੀ ਸੀ। ਸੋ ਇੱਕ ਚੰਗੇ ਬੰਦੇ ਦਾ ਜੀ, ਇੱਕ ਚੰਗੇ ਬੰਦੇ ਦਾ ਮੈਂ ਕਹੂੰਗਾ ਇੱਕ ਸਿਸਟਮ ਨੇ ਕਤਲ ਕੀਤਾ। ਇਹ ਉਹਦੀ ਮੌਤ ਨਹੀਂ ਹੋਈ, ਇਹ ਕਤਲ ਕੀਤਾ ਹੈ। ਬਹੁਤ ਤਕੜੇ ਸਾਡੇ ਕਵੀ ਹੋਏ ਹੈ, ਲੋਕ ਕਵੀ, ਉਹਨਾਂ ਦਾ ਨਾਮ ਸੀ ਬਿਸਮਿਲ ਫਰੀਦਕੋਟੀ ਜੀ। ਉਹ 1947 ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਪਟਵਾਰੀ ਭਰਤੀ ਹੋ ਗਏ ਸੀ। ਪਟਵਾਰੀ ਭਰਤੀ ਹੋ ਗਏ ਤੇ ਤਨਖਾਹ ਹਲੇ ਮਿਲੀ ਨਹੀਂ ਸੀ, ਦੇਸ਼ ਦੀ ਵੰਡ ਹੋ ਗਈ ਜੀ। ਉਹਨਾਂ ਨੂੰ ਮੁੜ ਕੇ ਆਉਣਾ ਪੈ ਗਿਆ ਇੰਡੀਆ 'ਚ। ਇੰਡੀਆ 'ਚ ਆ ਗਏ ਤੇ ਜਿੰਨੀ ਕੁ ਉਹਨਾਂ ਦੀ ਤਨਖਾਹ ਬਣਦੀ ਸੀਗੀ ਉਹ ਤੋਂ ਵੱਧ ਉਹਨਾਂ ਨੇ ਚਿੱਠੀਆਂ ਲਿਖਤੀਆਂ ਕਿ ਦੋਨਾਂ ਸਰਕਾਰਾਂ ਮੈਨੂੰ ਤਨਖਾਹ ਦੇ ਦਿਓ, ਕਿਸੇ ਨੇ ਤਨਖਾਹ ਨਹੀਂ ਦਿੱਤੀ। ਦਾਣੇ ਵਾਲੀਆ ਸਾਹਿਬ ਫਿਰ ਉਹ ਬੰਦਾ ਰਿਕਸ਼ਾ ਚਲਾਉਣ ਲੱਗਿਆ ਜੀ। ਰਿਕਸ਼ਾ ਚਲਾਉਂਦੇ ਨੇ ਫਿਰ ਉਹਨੇ ਰਿਕਸ਼ਾ ਯੂਨੀਅਨ, ਭਾਰਤ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਰਿਕਸ਼ਾ ਯੂਨੀਅਨ ਬਣੀ ਸੀ ਉਹ ਬਿਸਮਿਲ ਫਰੀਦਕੋਟੀ ਨੇ। ਤੇ ਬਿਸਮਿਲ ਫਰੀਦਕੋਟੀ ਨੇ ਬਹੁਤ ਵਧੀਆ ਰਵਾਈਆਂ ਲਿਖੀਆਂ। ਉਹਦਾ ਇੱਕ ਰਵਾਈ ਹੈ, ਕੁਝ ਬੁਜ਼ਦਲਾਂ ਨੇ ਕਰ ਲਿਆ ਇੱਕ ਮਰਦ ਦਾ ਸ਼ਿਕਾਰ ਜੀ, ਹਾਦਸੋਂ ਤੇ ਗਾਓ ਯਾਰ ਜੀ ਬਿਸਮਿਲ ਹੈ ਮਰ ਗਿਆ। ਹੁਣ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਬੁਜ਼ਦਲਾਂ ਨੇ ਮਤਲਬ ਇੱਕ ਜਿਹੜਾ ਹੈਗਾ ਮਰਦ ਬੰਦਾ ਸੀ ਉਹਨੂੰ ਘੇਰ ਲਿਆ ਔਰ ਸਿਸਟਮ ਦੀ ਮਦਦ ਦੇ ਨਾਲ ਉਹਨੂੰ ਜੇਲ੍ਹ ਦੇ ਵਿੱਚ ਕਤਲ ਕਰਤਾ। ਲੇਕਿਨ ਉਹ ਭੁੱਲਦੇ ਹੈ ਜਿਹੜੇ ਕਹਿੰਦੇ ਕਿ ਸਵਾਮੀ ਸਟੇਨ ਦੇ ਜਿਹੜੇ ਹੈਗੇ ਹੈ ਕਤਲ ਹੋਣ ਦੇ ਨਾਲ ਉਹਦੇ ਵਿਚਾਰ ਮਰ ਜਾਣਗੇ, ਉਹਦੇ ਵਿਚਾਰ ਨਹੀਂ ਮਰਦੇ। ਔਰ ਅੱਜ ਉਹਦੀ ਮੌਤ ਨੂੰ ਲੈ ਕੇ ਸਾਰੀ ਦੁਨੀਆ ਦੇ ਵਿੱਚ ਖਲਬਲੀ ਮੱਚੀ ਹੋਈ ਹੈ ਜੀ। ਦੁਨੀਆ ਦਾ ਉਹ ਕਿਹੜਾ ਪਾਰਟ ਹੈ, ਚਾਹੇ ਯੂਰਪ ਦੇ ਵਿੱਚ ਤੁਸੀਂ ਦੇਖੋ, ਚਾਹੇ ਤੁਸੀਂ ਦੇਖੋ UN ਦਾ ਜਿਹੜਾ ਮਨੁੱਖੀ ਅਧਿਕਾਰ ਸੰਗਠਨ ਹੈ ਉਹਨੇ ਵੀ ਇਹਦਾ ਨੋਟਿਸ ਲਿਆ ਹੋਇਆ ਔਰ ਯੂਰਪ ਦੇ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਲਿਆ। ਜਮਹੂਰੀ ਅਧਿਕਾਰ ਸਭਾ ਜਿਹੜੀ ਪੰਜਾਬ ਦੀ ਜਮਹੂਰੀ ਅਧਿਕਾਰ ਸਭਾ ਨੇ ਵੀ ਇਹਨੂੰ ਇੱਕ ਕਤਲ ਕਰਾਰ ਦਿੱਤਾ ਹੈ ਜੀ। ਇੱਕ ਬਹੁਤ ਵਧੀਆ ਇਨਸਾਨ ਸੀ, ਇੱਕ ਬਹੁਤ ਵਧੀਆ ਬੰਦਾ ਸੀ ਔਰ ਉਸ ਬੰਦੇ ਨੂੰ ਜਿਸ ਤਰ੍ਹਾਂ ਕੋ ਕੇ ਮਾਰਿਆ। ਔਰ ਇਹਦੇ ਚ ਹੁਣ ਇਹ ਇੱਕ ਸਵਾਲ ਅੱਗੇ ਖੜਾ ਹੁੰਦਾ ਕਿ ਜਿਹੜੇ ਹੋਰ ਲੋਕ UAPA ਦੇ ਤਹਿਤ ਫੜ ਕੇ ਅੰਦਰ ਦਿੱਤੇ ਹੋਏ ਹੈ ਕਿ ਸਾਰਿਆਂ ਨੂੰ ਇਸੇ ਤਰ੍ਹਾਂ ਮਾਰੋਗੇ। ਮਤਲਬ ਇਹ ਹੁਣ ਮੈਨੂੰ ਹੁਣ ਇਸ ਗੱਲ ਦੇ ਉੱਤੇ ਵੀ ਡਾਊਟ ਹੋਣਾ ਸ਼ੁਰੂ ਹੋ ਗਿਆ ਕਿ ਕੀ ਇਹ ਲੋਕਤੰਤਰ ਹੈ। ਇਹਨੂੰ ਅਸੀਂ ਲੋਕਤੰਤਰ ਜਿੰਨਾ ਮਰਜ਼ੀ ਹੈ ਕਿ ਇਹ ਲੋਕਤੰਤਰ ਉਹ ਹੁੰਦਾ ਹੈ ਜਿੱਥੇ ਲੋਕਾਂ ਦੇ ਪ੍ਰਤੀ ਜਿਹੜਾ ਸ਼ਾਸਨ ਤੇ ਪ੍ਰਸ਼ਾਸਨ ਜਵਾਬਦੇਹ ਹੋਵੇ। ਇੱਥੇ ਤਾਂ ਸਾਰੀ ਜਿਹੜੀ ਸਟੇਟ ਹੈ, ਇੰਡੀਅਨ ਸਟੇਟ ਦੇ ਵਿੱਚ ਅਦਾਲਤਾਂ ਵੀ ਆਉਂਦੀਆਂ। ਮੈਂ ਹੁਣੇ ਪੜ੍ਹ ਰਿਹਾ ਸੀ ਜਸਟਿਸ M ਲੋਕਰ ਜਿਹੜੇ ਸੁਪਰੀਮ ਕੋਰਟ ਦੇ ਵਿੱਚੋਂ ਰਿਟਾਇਰ ਹੋਏ ਪਿੱਛੇ ਜੇ, ਉਹਨਾਂ ਨੇ ਵੀ ਨਿਰਾਸ਼ਾ ਪ੍ਰਗਟ ਕੀਤੀ ਹੈ ਕਿ ਮੈਨੂੰ ਜੁਡੀਸ਼ੀਅਲ ਸਿਸਟਮ ਦੇ ਉੱਤੇ ਨਿਰਾਸ਼ ਹੋਇਆ ਮੈਂ ਕਿ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਕਲਮ ਦੇ ਨਾਲ ਹੀ ਉਹਨਾਂ ਨੇ ਸਾਰਾ ਕੁਝ ਕੀਤਾ ਕਰਾਇਆ। ਜਿਹੜਾ ਬੰਦਾ ਆਪਣੀ ਇੱਕ ਵਧੀਆ ਮਤਲਬ ਜਿਹੜੀ ਹੈਗੀ ਹੈ ਪੜ੍ਹਿਆ ਲਿਖਿਆ ਬੰਦਾ, ਇੱਕ ਮਿਸ਼ਨਰੀ ਬੰਦਾ ਜਿਹੜਾ ਜਾ ਕੇ ਆਦਿਵਾਸੀਆਂ ਦੀ ਮਦਦ ਕਰਨ ਵਾਲਾ ਬੰਦਾ ਹੈ ਜੀ, ਉਹਨੂੰ ਤੁਸੀਂ ਮਤਲਬ ਕਿ ਦਹਿਸ਼ਤਗਰਦ ਬਣਾ ਕੇ ਜੇਲ੍ਹ ਦੇ ਵਿੱਚ ਸੁੱਟ ਕੇ। ਔਰ ਜਿਹੜੇ ਇੱਕ ਮਨੁੱਖੀ ਅਧਿਕਾਰ ਹੁੰਦੇ ਦਾਨਿਆਲ ਕੇ ਸਭ ਮਨੁੱਖੀ ਅਧਿਕਾਰ ਜਿਹੜੇ ਇਹ ਤਾਂ ਹਰ ਬੰਦੇ ਦੇ ਬਿਲਕੁਲ ਜੀ ਬਿਲਕੁਲ, ਚਾਹੇ ਕੋਈ ਕਨਵਿਕਟ ਵੀ ਹੋਵੇ, ਚਾਹੇ ਕੋਈ ਅੰਡਰ ਟ੍ਰਾਇਲ ਵੀ ਹੋਵੇ, ਉਹਦੇ ਕੁਝ ਮਨੁੱਖੀ ਅਧਿਕਾਰ ਤਾਂ ਹੈ। ਘੱਟੋ ਘੱਟ ਤੁਸੀਂ ਉਹਦੇ ਮਨੁੱਖੀ ਅਧਿਕਾਰਾਂ ਦੀ ਕਦਰ ਕਰੋ ਕਿ ਬੰਦਾ ਮਰ ਰਿਹਾ ਹੈ ਜੀ। ਸ਼ਾਇਦ ਮੇਰਾ ਖਿਆਲ ਹੈ ਜੇ ਉਹਨੂੰ ਪੈਰੋਲ ਵਗੈਰਾ ਮਿਲੀ ਹੁੰਦੀ ਤਾਂ ਉਹ ਬੰਦਾ ਜਿੰਦਾ ਹੁੰਦਾ ਬਿਲਕੁਲ। ਤੇ ਢਿੱਲੋਂ ਸਾਹਿਬ ਇਹ ਗੱਲ ਵਾਕਿਆ ਤੇ ਉਧਰ ਸੁਪਰੀਮ ਕੋਰਟ ਕਹਿੰਦੇ ਬੜੀ ਹੈਰਾਨ ਹੋ ਗਈ, ਕਹਿੰਦੇ ਧਾਰਾਵਾਂ ਖਤਮ ਹੋ ਗਈਆਂ, ਕੇਸ ਦਰਜ ਹੋ ਰਹੇ ਨੇ। ਇਹ ਵੀ ਬੜਾ ਅਜੀਬ ਹੈ। ਮੇਰਾ ਭਾਰਤ ਮਹਾਨ ਜੀ, ਧਾਰਾਵਾਂ ਕਿਹੜੀਆਂ ਜੀ? ਇਹ ਧਾਰਾਵਾਂ ਜੇ ਆਪਾਂ ਦੇਖੀਏ ਤਾਂ ਇੰਫੋਰਮੇਸ਼ਨ ਟੈਕਨੋਲੋਜੀ ਐਕਟ ਹੈ। ਇੰਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਤਹਿਤ ਉਹਦੇ ਵਿੱਚ ਆਉਂਦੀ ਹੈ, ਜਿਹੜੇ ਐਕਟ ਦੇ ਵਿੱਚ ਇੱਕ ਧਾਰਾ ਆਉਂਦੀ ਹੈ 66A ਜੀ। 66A ਤੁਹਾਨੂੰ ਇਹ ਅਧਿਕਾਰ ਦਿੰਦੀ ਹੈ, ਉਹੀ ਅਧਿਕਾਰ ਹੈ ਜਿਹੜਾ ਹੈਗਾ ਤੁਹਾਡੇ ਉਸ ਅਧਿਕਾਰ ਦੇ ਉੱਤੇ 66A ਪਾਬੰਦੀ ਲਾਉਂਦੀ ਹੈ ਜਿਹੜਾ ਤੁਹਾਨੂੰ ਭਾਰਤੀ ਸੰਵਿਧਾਨ ਨੇ ਦਿੱਤਾ ਹੈ। ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ ਜੀ, ਕਿ ਜਿਹੋ ਜਿਹੇ ਕਿਸੇ ਬੰਦੇ ਦੇ ਵਿਚਾਰ ਆ ਉਹ ਵਿਚਾਰ ਆਪਦੇ ਪ੍ਰਗਟ ਕਰ ਲਵੇ। ਔਰ ਉਹਨਾਂ ਵਿਚਾਰਾਂ ਦੇ ਵਿੱਚ ਅਲੱਗ ਦੇਸ਼ ਲੈਣ ਦਾ, ਅਲੱਗ ਦੇਸ਼ ਮੰਗਣ ਦਾ ਹੱਕ ਵੀ ਹੈ। ਜੇ ਕੋਈ ਬੰਦਾ ਕਹੇ ਕਿ ਮੈਨੂੰ ਖਾਲਿਸਤਾਨ ਚਾਹੀਦਾ ਹੈ, ਉਹ ਮੰਗ ਸਕਦਾ ਹੈ, ਬਸ਼ਰਤੇ ਕਿ ਉਹ ਬੰਦਾ ਵਾਇਲੈਂਟ ਨਾ ਹੋਵੇ, ਉਹ ਬੰਦਾ ਹਥਿਆਰਾਂ ਦੀ ਵਰਤੋਂ ਨਾ ਕਰੇ
ਔਰ ਕਿੰਨੇ ਮਾਮਲਿਆਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਵੱਡੇ ਵੱਡੇ ਬੰਦਿਆਂ ਨੂੰ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਖਿਲਾਫ ਜਿਹੜੇ ਕੇਸ ਦਰਜ ਹੋਏ ਸੀ ਉਹ ਕੇਸ ਇਸੇ ਆਧਾਰ ਤੇ ਰੱਦ ਹੋਏ ਹੈ ਕਿਉਂਕਿ ਕਹਿੰਦੇ ਅਸੀਂ ਪੁਰਅਮਨ ਰਹਿ ਕੇ ਆਪਦੇ ਲਈ ਅਲੱਗ ਦੇਸ਼ ਮੰਗਦੇ ਹਾਂ। ਮਤਲਬ ਇਹ ਵੀ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਜਿਹੜੀ ਇਹ ਸਾਨੂੰ ਕੰਸਟੀਟਿਊਸ਼ਨ ਨੇ ਦਿੱਤੀ ਹੈ। ਲੇਕਿਨ ਜਿਹੜਾ IT ਐਕਟ ਬਣਾਇਆ IT ਐਕਟ ਦੀ ਧਾਰਾ 66 ਕਹਿੰਦੀ ਹੈ ਜੀ ਨਹੀਂ ਜੇ ਤੁਸੀਂ ਕਿਸੇ ਬੰਦੇ ਦੇ ਖਿਲਾਫ ਕੁਝ ਮਾੜਾ ਮੋਟਾ ਬੋਲਤਾ ਤੁਸੀਂ ਕਹਿੰਦਾ ਪ੍ਰਧਾਨ ਮੰਤਰੀ ਦੀ ਆਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਮੈਂ ਇਹਨੂੰ ਕ੍ਰਿਟੀਸਾਈਜ਼ ਕਰਦਾ ਤੇ ਉੱਥੇ ਹੀ ਧਾਰਾ 66 ਦੇ ਤਹਿਤ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਜਾਂਦਾ। ਇਹ ਮਾਮਲਾ ਜਦੋਂ ਆਇਆ ਤੇ ਇਸ ਮਾਮਲੇ ਨੂੰ ਚੈਲੰਜ ਕੀਤਾ ਗਿਆ। ਚੈਲੰਜ ਕਿੱਥੇ ਕੀਤਾ ਗਿਆ ਸੀ? ਚੈਲੰਜ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਉੱਤੇ ਇੱਕ ਹਮਲਾ ਹੈ ਔਰ ਇਹਦੇ ਲਈ ਮਤਲਬ ਜਿਹੜਾ ਹੈਗਾ ਘੱਟੋ ਘੱਟ ਜਿਹੜੀ ਹੈ ਸਾਡੀ ਸੁਪਰੀਮ ਕੋਰਟ ਵਿਚਾਰ ਕਰੇ। ਤੇ ਫਿਰ ਜਦੋਂ ਵਿਚਾਰ ਕਰਨ ਦਾ ਮਾਮਲਾ ਆਇਆ ਜੀ ਸੁਪਰੀਮ ਕੋਰਟ ਨੇ ਵਿਚਾਰਿਆ ਇਹਨੂੰ। ਵਿਚਾਰਨ ਤੋਂ ਬਾਅਦ ਜੋ ਗੱਲ ਸਾਹਮਣੇ ਆਈ ਉਹ ਹੈ ਕਿ ਇਹ ਜਦੋਂ ਕੇਸ ਦਾਇਰ ਹੋਇਆ ਉਦੋਂ 11 ਰਾਜਾਂ ਦੇ ਵਿੱਚ ਤੇ 229 ਮਾਮਲੇ ਸਿਰਫ ਪੈਂਡਿੰਗ ਸੀ। ਸੁਪਰੀਮ ਕੋਰਟ ਨੇ 24 ਮਾਰਚ 2015 ਨੂੰ ਇਸ ਜਿਹੜਾ ਹੈਗਾ 66A ਹੈ ਇਹਨੂੰ ਰੱਦ ਕਰਤਾ। ਉਹ ਕਹਿੰਦੇ ਵੀ ਇਹਦੀ ਕੋਈ ਲੋੜ ਨਹੀਂ। ਹੁਣ ਇਹ 2015 ਦਾ ਕੇਸ ਜਿਹੜਾ ਹੈਗਾ ਰੱਦ ਹੋਇਆ 7 ਸਾਲ ਹੋ ਗਏ। ਕੇਸ ਤਾਂ ਰੱਦ ਹੋ ਗਿਆ, ਤੁਹਾਡਾ ਐਕਟ ਹੀ ਰੱਦ ਹੋ ਗਿਆ ਕਿ ਜੀ ਇਹ ਕਾਨੂੰਨ ਹੀ ਗੈਰ ਕਾਨੂੰਨੀ, ਇਹਨੂੰ ਕਹੇ ਗੈਰ ਸੰਵਿਧਾਨਕ ਹੈ, ਗੈਰ ਕਾਨੂੰਨੀ ਹੈ, ਮਨੁੱਖੀ ਅਧਿਕਾਰ ਜਿਹੜੇ ਮਨੁੱਖਾਂ ਨੂੰ ਹੱਕ ਮਿਲੇ ਹੋਏ ਆ ਤੁਹਾਡੇ ਕੰਸਟੀਟਿਊਸ਼ਨ ਨੇ ਹੱਕ ਦਿੱਤੇ ਉਹਦੀ ਉਲੰਘਣਾ ਹੈ। ਇਸ ਲਈ ਇਹਨੂੰ ਜਿਹੜਾ ਹੈਗਾ ਖਤਮ ਕੀਤਾ ਜਾਂਦਾ। ਸੁਪਰੀਮ ਕੋਰਟ ਨੇ ਖਤਮ ਕਰਤਾ। ਉਸ ਤੋਂ ਬਾਅਦ ਕੀ ਹੋਇਆ? ਲਗਭਗ 1300 ਮੁਕੱਦਮੇ ਹੁਣ ਤੱਕ ਦਰਜ ਹੋ ਗਏ। ਹੁਣ ਪੀਪਲ ਦੀ ਯੂਨੀਅਨ ਫਾਰ ਸਿਵਲ ਲਿਬਰਟੀਜ਼ ਇੱਕ ਆਰਗੇਨਾਈਜੇਸ਼ਨ ਹੈ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ, ਉਹਨਾਂ ਨੇ ਜੀ ਕੇਸ ਦਾਇਰ ਕਰਤਾ। ਜਦੋਂ ਉਹਨਾਂ ਨੇ ਕੇਸ ਦਾਇਰ ਕਰਤਾ 1307 ਮੁਕੱਦਮੇ ਦਰਜ ਹੋਏ ਹੈ ਤੇ 570 ਮੁਕੱਦਮੇ ਹਾਲੇ ਵੀ ਜਿਹੜੇ ਹੈਗੇ ਉਹ ਪੈਂਡਿੰਗ ਪਏ ਬਕਾਇਆ ਪਏ। ਜਸਟਿਸ ਨਾਰੀਮਨ ਦੇ ਕੇਸ ਲੱਗ ਗਿਆ ਤੇ ਜਿਹੜੇ ਸਾਡੇ ਕੇ ਬੇਨੂ ਗੋਪਾਲ ਜਿਹੜੇ ਸਾਡੇ ਅਟਾਰਨੀ ਜਨਰਲ ਉਹ ਅਦਾਲਤ ਦੇ ਵਿੱਚ ਖੜੇ ਹੈ ਤੇ ਮਾਨਯੋਗ ਅਦਾਲਤ ਨੇ ਪੁੱਛਿਆ ਵੀ ਅਟਾਰਨੀ ਜਨਰਲ ਸਾਹਿਬ ਆ ਕੀ ਹੋ ਰਿਹਾ ਹੈ? ਅਟਾਰਨੀ ਜਨਰਲ ਸਾਹਿਬ ਨੇ ਜਿਹੜੀ ਦਲੀਲ ਦਿੱਤੀ ਬੜੀ ਕਮਾਲ ਦੀ ਦਿੱਤੀ। ਅੱਛਾ ਜੀ। ਉਹ ਕਹਿੰਦੇ ਜੀ ਅਸਲ ਦੇ ਵਿੱਚ ਜਿਹੜੀ ਕਾਨੂੰਨ ਦੀ ਕਿਤਾਬ ਹੈ ਉਹਦੇ ਵਿੱਚੋਂ ਅਜੇ ਤੱਕ ਇਹ ਜਿਹੜਾ 66 ਹੈ ਨਾ ਇਹਦੇ ਤੇ ਕਾਟਾ ਨਹੀਂ ਲੱਗਿਆ ਜੀ, ਇਹਨੂੰ ਕੱਢਿਆ ਨਹੀਂ ਗਿਆ। ਕਾਨੂੰਨ ਦੀ ਕਿਤਾਬ ਦੇ ਵਿੱਚ ਹੈਗਾ ਪਰ ਥੱਲੇ ਜਿਹੜਾ ਫੁੱਟ ਨੋਟ ਦਿੱਤਾ ਹੋਇਆ ਨਾ ਉਹਦੇ ਵਿੱਚ ਲਿਖਿਆ ਹੋਇਆ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਨਾਲ ਇਹਨੂੰ ਜਿਹੜਾ ਹੈਗਾ 66 ਹੈ ਇਹਨੂੰ ਰੱਦ ਕਰਤਾ। ਇਸ ਕਰਕੇ ਕਹਿੰਦੇ ਜੀ ਉਹ ਫਿਰ ਬਹੁਤ ਜਿਹੜੇ ਫੁੱਟ ਨੋਟ ਆ ਬਹੁਤ ਛੋਟੇ ਅੱਖਰਾਂ 'ਚ ਲਿਖਿਆ ਹੁੰਦਾ ਹੈ। ਉਹ ਕਈ ਵਾਰੀ ਜਿਹੜੀਆਂ ਇਨਵੈਸਟੀਗੇਟਿੰਗ ਏਜੰਸੀਆਂ ਉਹਨਾਂ ਦੀ ਨਿਗਾਹ 'ਚ ਨਹੀਂ ਪੈਂਦਾ। ਅੱਛਾ ਜੀ। ਹੁਣ ਜਿਹੜੀ ਚੀਜ਼ ਨੂੰ ਲੋਕ ਨਿੱਠ ਕੇ ਅਖਬਾਰਾਂ 'ਚ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਸਾਰਾ ਕੁਝ ਆਈ ਜਾਂਦਾ ਹੈ, ਮੇਰਾ ਖਿਆਲ ਆ ਵੀ ਇਦੋਂ ਤਾਂ ਨਿਕੰਮਾ ਕੋਈ ਰਾਜ ਹੀ ਨਹੀਂ ਹੋ ਸਕਦਾ ਜਿਹਦੀਆਂ ਇਨਵੈਸਟੀਗੇਟਿੰਗ ਏਜੰਸੀਆਂ ਨੂੰ ਇਹ ਨਹੀਂ ਪਤਾ, ਜਿਹਦੀ ਪੁਲਿਸ ਨੂੰ ਇਹ ਨਹੀਂ ਪਤਾ ਕਿ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਔਰ ਕਾਨੂੰਨ ਵੀ ਜਿਹੜਾ ਹੈ ਕੋਈ ਮਾੜਾ ਮੋਟਾ ਨਹੀਂ, ਚਰਚਿਤ ਕਾਨੂੰਨ ਹੈ, ਉਹਨੂੰ ਰੱਦ ਕਰ ਦਿੱਤਾ ਤੇ ਲੋਕਾਂ ਤੇ ਫਿਰ ਕੇਸ ਬਣਾਈ ਜਾਂਦੇ ਹੈ। ਤਾਂ ਨਾਰੀਮਨ ਸਾਹਿਬ ਨੇ ਜਿਹੜੇ ਜੱਜ ਹੈਗੇ ਉਹਨਾਂ ਨੇ ਇਹਦੇ ਤੇ ਨਿਰਾਸ਼ਾ ਪ੍ਰਗਟ ਕੀਤੀ। ਉਹ ਉਹਨੇ ਕਿਹਾ ਕਿ ਅਦਾਲਤ ਬਹੁਤ ਨਿਰਾਸ਼ ਹੈ, ਅਸੀਂ ਬਹੁਤ ਜਿਹੜੇ ਹੈਗੇ ਹੈਰਾਨ ਆ ਵੀ ਹੋ ਕੀ ਰਹੇ। 7 ਸਾਲ ਪਹਿਲਾਂ ਕਾਨੂੰਨ ਖਤਮ ਹੋ ਗਿਆ, ਉਹਨਾਂ ਕਾਨੂੰਨਾਂ 'ਚ ਫੜ ਕੇ ਤੁਸੀਂ ਲੋਕਾਂ ਨੂੰ ਜੇਲ੍ਹਾਂ 'ਚ ਸੁੱਟੀ ਜਾਂਦੇ ਹੋ। ਕਿੱਧਰ ਗਿਆ ਤੁਹਾਡਾ ਲੋਕਤੰਤਰ? ਇਹ ਕਿਹਾ ਲੋਕਤੰਤਰ ਹੈ? ਇਹ ਤਾਂ ਜੋਗਤੰਤਰ ਹੈ। ਜਿੱਥੇ ਜੀ ਕਰਦਾ ਜੋਗ ਤੁਸੀਂ ਲਾ ਦਿਓ, ਲੋਕ ਉੱਥੇ ਬੈਠੇ। ਹੁਣ ਉਹਨਾਂ ਨੇ 2 ਹਫ਼ਤੇ ਦਾ ਨੋਟਿਸ ਦਿੱਤਾ ਹੈ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਬਕਾਇਦਾ ਇੱਕ ਜਵਾਬ ਭਾਰਤ ਸਰਕਾਰ ਦਾਖਲ ਕਰੇ। ਉਹ ਤੋਂ ਬਾਅਦ ਫਿਰ ਅਸੀਂ 2 ਹਫ਼ਤਿਆਂ ਦੇ ਬਾਅਦ ਇਹਦੀ ਦੁਬਾਰਾ ਸੁਣਵਾਈ ਕਰਾਂਗੇ। ਹੁਣ ਮੈਂ ਇਹਨੂੰ ਤੁਸੀਂ ਅੰਦਾਜ਼ਾ ਲਾਓ ਜਾਣੇ ਵਾਲੀਆ ਸਭ ਬਣੂਗਾ ਕੀ ਦੇਸ਼। ਆਪਾਂ ਰਿਲੀਫ ਲੈਣ ਵਾਸਤੇ ਕੋਰਟ ਜਾਣੀ, ਕੋਰਟ ਕੋਈ ਆਰਡਰ ਪਾਸ ਕਰਨ ਦੀ ਐਗਜ਼ੈਕਟਿਵ ਜਿਹੜੀ ਹੈਗੀ ਐਗਜ਼ੈਕਟਿਵ ਉਸ ਕੇਸ ਨੂੰ ਜਿਹੜੇ ਹੈਗਾ ਫਿਰ ਉਹ ਜਿਵੇਂ ਦੱਬੀ ਆਉਂਦੀ ਹੈ। ਹੁਣ ਤੁਸੀਂ ਇਹ ਦੇਖੋ ਕਿ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਬਣੀ ਹੈ ਉਹਦੇ ਤੋਂ ਬਾਅਦ ਹੁਣ ਤੱਕ ਜਿੰਨਾ ਕੁਛ ਬਣਿਆ ਆਮ ਇਲਜ਼ਾਮ ਇਹ ਲੱਗਦੇ ਰਹੇ ਹੈ ਕਿ ਜਿਹੜੀਆਂ ਕੰਸਟੀਟਿਊਸ਼ਨ ਸੰਸਥਾਵਾਂ ਉਹਨਾਂ ਦਾ ਭੋਗ ਪਾਤਾ ਜੀ। ਔਰ ਉਹਨਾਂ ਦੇ ਭੋਗ ਪਾਉਣ ਦਾ ਇੱਕ ਸਭ ਤੋਂ ਵੱਡਾ ਸਬੂਤ ਆਇਆ ਜਿਹੜੀ ਜੁਡੀਸ਼ਰੀ ਹੈ। ਜੇ ਆਪਾਂ ਦੇਖੀਏ ਸਟੇਟ ਦੇ 4 ਅੰਗ ਹੈ, ਕਾਰਜਪਾਲਿਕਾ, ਵਿਧਾਨ ਪਾਲਿਕਾ। ਕਾਰਜਪਾਲਿਕਾ ਤਾਂ ਸਾਡੇ DC ਵਗੈਰਾ ਜਿਹੜੀ ਸਾਰਾ ਪੁਲਿਸ ਵਗੈਰਾ ਇਹ ਆ ਗਿਆ। ਵਿਧਾਨ ਪਾਲਿਕਾ ਜਿਹੜੀਆਂ ਸਾਡੀਆਂ ਅਸੈਂਬਲੀਆਂ ਤੇ ਪਾਰਲੀਮੈਂਟ ਹੈ ਕਾਨੂੰਨ ਬਣਾਉਂਦੀਆਂ ਉਹ। ਔਰ ਉਹ ਤੋਂ ਬਾਅਦ ਫਿਰ ਜੁਡੀਸ਼ਰੀ ਜੁਡੀਸ਼ਰੀ ਨੇ ਦੇਖਣਾ ਵੀ ਇਹ ਕਾਨੂੰਨ ਕਿਵੇਂ ਲਾਗੂ ਹੁੰਦੇ ਹੈ, ਠੀਕ ਹੈ ਗਲਤ ਹੈ, ਉਹਦੇ ਤੇ ਜੁਡੀਸ਼ਰੀ ਫੈਸਲਾ ਕਰ ਦਿੰਦੀ ਹੈ। ਕੀ ਤਿੰਨੇ ਅੰਗ ਠੀਕ ਤਰੀਕੇ ਨਾਲ ਕੰਮ ਕਰਦੇ ਕਿ ਨਹੀਂ ਕਰਦੇ, ਇਹਦੀ ਨਜ਼ਰਸਾਨੀ ਕਰਨੀ ਹੁੰਦੀ ਹੈ ਮੀਡੀਆ ਨੇ। ਹੁਣ ਜੇ ਅਸੀਂ ਦੇਖੀਏ ਜਿਹੜੀ ਕਾਰਜਪਾਲਿਕਾ ਆਪਦੇ ਫੱਟੇ ਚੱਕੀ ਜਾਂਦੀ ਹੈ,
ਨਿਆਂਪਾਲਿਕਾ ਜਿਹੜੀ ਸਾਡੀ ਵਿਧਾਨ ਪਾਲਿਕਾ ਉਹੀ ਜਿਹੇ ਕਾਨੂੰਨ ਬਣਾਈ ਜਾਂਦੀ ਹੈ ਜੀ। ਜਿਹੜੇ ਕਾਨੂੰਨ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੈ। ਔਰ ਇਹਨਾਂ ਦਾ ਨਿਰੀਖਣ ਕਿਹਨੇ ਕਰਨਾ ਹੈ? ਜੀ। ਨਿਰੀਖਣ ਕਰਨਾ ਨਿਆਂਪਾਲਿਕਾ ਨੇ, ਅਦਾਲਤਾਂ ਨੇ। ਤੇ ਅਦਾਲਤਾਂ ਦੀ ਹਾਲਤ ਇਹ ਹੈ ਕਿ ਅਦਾਲਤਾਂ ਦੇ ਕੋਲੇ ਸਮਾਂ ਹੀ ਨਹੀਂ ਹੈਗਾ। ਸਵਾਮੀ ਵਾਲਾ ਆਪਾਂ ਮਾਮਲਾ ਹੀ ਦੇਖ ਲਿਆ ਪਰ ਹੈਗਾ ਸਮਾਂ ਤਾਂ ਹੈਗਾ, ਅੱਧੀ ਰਾਤ ਨੂੰ ਵੀ ਖੋਲ ਲੈਂਦੇ ਨਹੀਂ, ਉਹ ਅੱਧੀ ਰਾਤ ਨੂੰ ਖੋਲ ਲੈਂਦੇ ਆ ਵੱਡੇ ਬੰਦਿਆਂ ਵਾਸਤੇ। ਇਹ ਵੱਡੇ ਬੰਦਿਆਂ ਵਾਸਤੇ ਖੋਲ ਲੈਂਦੇ ਆ। ਤੁਸੀਂ ਇਹ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਫੈਸਲੇ ਕਰਨੇ ਸੀ, ਫੈਸਲੇ ਕਰਨ ਵਾਲੇ ਤਾਂ ਮਤਲਬ ਨਾਲ ਦੀ ਨਾਲ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਜੇ ਵੱਡੀਆਂ ਪੋਸਟਾਂ ਮਿਲ ਜਾਣ, ਉਹ ਕਾਹਦੀਆਂ ਮਿਲਦੀਆਂ। ਸੋ ਇਹਦੇ ਤੇ ਹੁਣ ਦੇਖੀ ਤੇ ਜਿਹੜਾ ਮੀਡੀਆ ਦੀ ਹਾਲਤ ਆ, ਮੀਡੀਆ ਦੀ ਵੀ ਆਪਾਂ ਨੂੰ ਪਤਾ ਵੀ ਉਹ ਗੋਦੀ ਮੀਡੀਆ ਬਣਿਆ ਪਿਆ ਜੀ। ਸੋ ਇਸ ਵੇਲੇ ਜੋ ਭਾਰਤ ਦੀ ਹਾਲਤ ਆ ਬਹੁਤ ਹੀ ਤਰਸਯੋਗ ਹਾਲਤ ਆ। 70 ਸਾਲਾਂ ਦਾ ਜਿਹੜਾ ਲੋਕਤੰਤਰ ਹੈ, ਜਾਂ ਸਾਡੀ ਆਜ਼ਾਦੀ ਦਾ ਹੈ, ਮੇਰਾ ਖਿਆਲ ਹੈ ਵੀ ਇਹਦੂ ਵਸਟ ਟਾਈਮ ਕੋਈ ਹੋਰ ਨਹੀਂ ਹੋ ਸਕਦਾ ਜਿਹਦੇ 'ਚ ਅਸੀਂ ਗੁਜ਼ਰ ਰਹੇ ਹਾਂ ਜੀ। ਤੇ ਢਿੱਲੋਂ ਸਾਹਿਬ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਰਾਤ ਇੱਕ ਬਿਆਨ ਜਾਰੀ ਕੀਤਾ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੇ ਦਿੱਲੀ ਮਾਡਲ 'ਚੋਂ ਕਿਸਾਨ ਕਹਿੰਦੇ ਨਜ਼ਰ ਹੀ ਨਹੀਂ ਆ ਰਹੇ। ਕਹਿੰਦੇ ਵੈਸੇ ਗੱਲ ਇਹ ਹੈ ਕਿ ਕੇਜਰੀਵਾਲ ਸਾਹਿਬ ਪੰਜਾਬ ਆਏ, ਹਾਂ, ਪੰਜਾਬ ਆ ਕੇ ਉਹਨਾਂ ਨੇ ਐਲਾਨ ਕਰਤਾ ਸੀ ਕਿ 300 ਯੂਨਿਟ ਅਸੀਂ ਬਿਜਲੀ ਹਰ ਘਰ ਨੂੰ ਦੇਵਾਂਗੇ ਜੀ। ਪਹਿਲਾਂ ਤਾਂ ਕਹਿੰਦੇ ਸੀ 300 ਤੱਕ ਹੀ ਹੋਊ। ਤੇ ਜੇ ਪੱਤਰਕਾਰਾਂ ਨੇ ਜਦੋਂ ਪੁੱਛ ਲਿਆ ਵੀ ਜੇ 300 ਤੋਂ ਇੱਕ ਉੱਤੇ ਟੱਪ ਗਈ ਤੇ ਕਹਿੰਦੇ ਵੀ ਉਹਦੇ ਪੈਸੇ ਦੇਣੇ ਪੈਣਗੇ, ਸਾਰਿਆਂ ਦੇ ਪੈਸੇ ਦੇਣੇ ਪੈਣਗੇ। ਬਾਅਦ ਦੇ ਵਿੱਚ ਦੇਖਿਆ ਵੀ ਇਹ ਤਾਂ ਕੰਮ ਪੁੱਠਾ ਪੈਂਦਾ ਹੈ। ਫਿਰ ਉਹਨਾਂ ਨੇ ਕਹਿ ਦਿੱਤਾ ਨਹੀਂ ਜੀ 300 ਤਾਂ ਹਰੇਕ ਨੂੰ ਫ੍ਰੀ ਮਿਲੂਗੀ, ਜਿਹੜੇ ਉੱਪਰੋਂ ਯੂਨਿਟ ਹੋਣਗੀਆਂ ਉਹਨਾਂ ਦੇ ਪੈਸੇ ਦੇਣੇ ਪੈਣਗੇ। ਇਹ ਗੱਲ ਉਹਨਾਂ ਨੇ ਕਹਿਤੀ ਸੀ। ਅਫਸੋਸ ਇਹ ਹੈ ਜੇ ਆਪਾਂ ਕਹਿ ਸਕਦੀ ਹੈ ਵੀ ਲੜਾਈ ਜਿਹੜੀ ਘਰੇਲੂ ਲੜਾਈ ਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਇੰਨੇ ਉਲਝੇ ਹੋਏ ਸੀ ਕਿ ਉਹਨਾਂ ਨੇ ਪਹਿਲਾਂ ਆਪਣਾ ਜਿਹੜਾ ਹੋਮਵਰਕ ਹੀ ਨਹੀਂ ਕੀਤਾ ਸੀ। ਜਦੋਂ ਕੇਜਰੀਵਾਲ ਨੇ ਗੱਲ ਕਹਿਤੀ ਕਿ ਅਸੀਂ ਨਹੀਂ ਬਿਜਲੀ ਦੇਵਾਂਗੇ, ਤੇ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦੇ ਥੱਲੇ ਤੋਂ ਲੈ ਕੇ ਉੱਪਰਲੇ ਲੀਡਰ ਤੱਕ ਜੀ ਸਾਰੇ ਦੇ ਸਾਰੇ ਬਿਜਲੀ ਕਰਨ ਲੱਗੇ ਸੀ। ਤੇ ਅਖਬਾਰ ਜੀ ਰਜਾਈਆਂ ਚੋਂ ਕੱਢ ਲਏ ਵਿਰੋਧੀ। ਹਾਂ ਔਰ ਮੀਡੀਆ ਨੇ ਲਿਖਣਾ ਸ਼ੁਰੂ ਕਰਤਾ ਜੀ ਬਿਜਲੀ ਦੇ ਮੁੱਦੇ ਦੇ ਉੱਤੇ ਘੇਰ ਲਿਆ। ਤੇ ਦੂਜੇ ਪਾਸੇ ਘਰ ਦੀ ਲੜਾਈ ਆਪਦੀ ਨਵਜੋਤ ਸਿੰਘ ਸਿੱਧੂ ਹੋਰੀ ਉਹ ਆ ਕੇ ਬਿਜਲੀ ਦੀ ਗੱਲ ਕਰਨ ਲੱਗੇ, ਪ੍ਰਤਾਪ ਸਿੰਘ ਬਾਜਵਾ ਬਿਜਲੀ ਦੀ ਗੱਲ ਕਰਨ ਲੱਗ ਗਿਆ, ਨਿੱਕੇ ਮੋਟੇ ਕਾਰੋਬਾਰ ਸਾਰੇ ਦਾ ਸਾਰਾ ਮਾਮਲਾ ਜਿਹੜਾ ਹੈਗਾ ਉਹ ਨੰਗਾ ਹੋ ਗਿਆ ਜੀ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਮੇਰਾ ਖਿਆਲ ਹੈ ਵੀ ਕੱਲ ਫਿਰ ਸ਼ਾਮ ਨੂੰ ਲੇਟ ਸ਼ਾਮੀ ਉਹਨਾਂ ਨੂੰ ਪਤਾ ਲੱਗਿਆ ਹੋਣਾ ਜਿਹੜੀ ਉਹ ਸਟੇਟਮੈਂਟ ਜਾਰੀ ਕੀਤੀ ਹੈ ਜੀ, ਆਪਾਂ ਉਸ ਸਟੇਟਮੈਂਟ ਦੀ ਪ੍ਰੋੜਤਾ ਨਹੀਂ ਕਰ ਸਕਦੇ ਕਿ ਹੂਬਹੂ ਉਹ ਠੀਕ ਹੈ। ਜੇ ਠੀਕ ਹੈ, ਜੇ ਇੱਕ ਮੁੱਖ ਮੰਤਰੀ ਕਹਿੰਦਾ ਠੀਕ ਹੈ ਤਾਂ ਇਹਦਾ ਮਤਲਬ ਹੈ ਤੇ ਵਾਕਈ ਠੀਕ ਹੈ। ਫਿਰ ਤਾਂ ਪੰਜਾਬ ਦੇ ਨਾਲ, ਪੰਜਾਬ ਦੇ ਕਿਸਾਨਾਂ ਨਾਲ ਸੱਚਮੁੱਚ ਧੱਕਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਮੇਰੇ ਸਾਹਮਣੇ ਪਿਆ। ਉਹ ਕਹਿੰਦੇ ਕੀ ਹੈ? ਉਹ ਕਹਿੰਦੇ ਹੈ ਕਿ ਜਿਹੜੀ ਕੇਜਰੀਵਾਲ ਦਾ ਦਿੱਲੀ ਮਾਡਲ ਹੈ ਇਹਦੇ 'ਚ ਕਿਸਾਨ ਆਊਟ ਹੈ। ਉਹ ਕਹਿੰਦੇ ਵੀ ਦਿੱਲੀ ਦੀ ਸਰਕਾਰ ਹੈ ਜਿਹੜੀ ਉਹ ਉਦਯੋਗਿਕ ਇਕਾਈਆਂ ਤੋਂ ਬਿਜਲੀ ਜਿਹੜੀ ਹੈ ਦੇਣ ਬਦਲੇ 9 ਰੁਪਏ ਤੇ 80 ਪੈਸੇ ਪ੍ਰਤੀ ਯੂਨਿਟ ਵਸੂਲ ਰਹੀ ਹੈ ਜੀ। ਠੀਕ ਹੈ, ਉਹਨਾਂ ਤੋਂ। ਜਦੋਂ ਕਿ ਕਹਿੰਦੇ ਪੰਜਾਬ ਵਾਲੇ ਜਿਹੜੇ ਹੈਗੇ ਆ ਇਹ ਉਦਯੋਗਿਕ ਇਕਾਈਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦਿੰਦੀ ਹੈ। ਅੱਛਾ ਜੀ। ਉਹ 9 ਰੁਪਏ 80 ਪੈਸੇ ਤੇ ਇਹ ਕਹਿੰਦੇ ਆ ਵੀ ਇਸ ਢੰਗ ਦੇ ਨਾਲ ਜਿਹੜੀ ਹੈਗੀ ਹੈ 2226 ਜੀ ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਉੱਤੇ ਪੰਜਾਬ ਵਿੱਚ 1,43,812 ਜੀ ਜਿਹੜੇ ਉਦਯੋਗਿਕ ਯੂਨਿਟ ਹੈ ਉਹਨਾਂ ਨੂੰ ਅਸੀਂ ਸਬਸਿਡੀ ਦਿੰਦੇ ਹਾਂ ਬਿਜਲੀ ਤੇ। ਇਹ ਉਹਨਾਂ ਨੇ ਗੱਲ ਕਹੀ ਹੈ। ਔਰ ਕਿਸਾਨਾਂ ਨੂੰ ਕਹਿੰਦੇ ਪੰਜਾਬ ਸਰਕਾਰ ਜਿਹੜੀ 13,79,217 ਕਿਸਾਨਾਂ ਨੂੰ 6700 ਤੇ 35 ਕਰੋੜ ਰੁਪਏ ਦੀ ਬਿਜਲੀ ਹੈ ਜਿਹੜੀ ਉਹ ਮੁਫਤ ਦਿੰਦੀ ਹੈ, ਮੁਹੱਈਆ ਕਰਾਉਂਦੀ ਹੈ। ਆਪਾਂ ਨੂੰ ਪਤਾ ਖੇਤੀ ਸੈਕਟਰ ਵਾਸਤੇ ਆਪਾਂ ਮੁਫਤ ਦਿੰਦੇ ਹਾਂ। ਦੂਜੇ ਪਾਸੇ ਕਹਿੰਦੇ ਆ ਵੀ ਜਿਹੜੀ ਦਿੱਲੀ ਸਰਕਾਰ ਨੇ ਕਿਸਾਨ ਭਾਈਚਾਰੇ ਨੂੰ ਅਜਿਹੀ ਮਦਦ ਦੇਣ ਲਈ ਕੋਈ ਯਤਨ ਹੀ ਨਹੀਂ ਕੀਤਾ ਅੱਜ ਤੱਕ। ਅੱਛਾ ਜੀ। ਦਿੱਲੀ ਦੇ ਵਿੱਚ ਕਿਸਾਨਾਂ ਨੂੰ ਮੁਫਤ ਬਿਜਲੀ ਨਹੀਂ ਮਿਲ ਰਹੀ। ਇਹ ਗੱਲ ਜ਼ਰੂਰ ਸੋਚਣ ਵਾਲੀ ਹੈ। ਪੰਜਾਬ ਦੇ ਵਿੱਚ ਤਾਂ ਚਾਹੇ ਸ਼ੁਰੂਆਤ ਅਕਾਲੀਆਂ ਨੇ ਕੀਤੀ ਸੀ ਜੀ, ਲੇਕਿਨ ਕਾਂਗਰਸ ਦੀ ਸਰਕਾਰ ਨੇ ਵੀ ਉਹਨੂੰ ਬਰਕਰਾਰ ਰੱਖਿਆ। ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਹੈ। ਹਾਲਾਂਕਿ ਪੰਜਾਬ ਦੇ ਕਿਸਾਨਾਂ ਨੇ ਕਦੇ ਮੁਫਤ ਬਿਜਲੀ ਨਹੀਂ ਮਿਲੀ ਸੀ। ਇਹ ਕਹਿੰਦੇ ਸਾਨੂੰ 24 ਘੰਟੇ ਮਿਲਣੀ ਚਾਹੀਦੀ ਹੈ। ਅੱਜ ਵੀ ਜੇ ਕਿਸਾਨਾਂ ਦੇ ਪ੍ਰੋਟੈਸਟ ਹੋ ਰਹੇ ਆ ਬਿਜਲੀ ਨੂੰ ਲੈ ਕੇ, ਤਾਂ ਉਹ ਇਸ ਕਰਕੇ ਨਹੀਂ ਕਿ ਸਸਤੀ ਦਿਓ ਸਾਨੂੰ ਜਾਂ ਸਾਨੂੰ ਸਬਸਿਡੀ ਦਿਓ। ਉਹ ਕਹਿੰਦੇ ਕਿ ਸਾਨੂੰ ਪੂਰੀ ਬਿਜਲੀ ਦਿਓ 8 ਘੰਟੇ ਦੀ ਲੜਾਈ ਇਸ ਗੱਲ ਦੇ ਉੱਤੇ ਹੁੰਦੀ ਹੈ। ਹੁਣ ਉਹ ਕਹਿੰਦੇ ਦਿੱਲੀ ਦੇ ਵਿੱਚ ਹੈ ਨਹੀਂ। ਤੇ ਅੱਗੇ ਉਹ ਕਹਿੰਦੇ ਆ ਵੀ ਜਿਹੜੀ ਘਰੇਲੂ ਦਿੱਲੀ ਦੇ ਵਿੱਚ ਜਿਹੜੀ ਦਿੱਲੀ ਸਰਕਾਰ ਹੈ ਉਹ ਘਰੇਲੂ ਬਿਜਲੀ ਹੈ ਜਿਹੜੀ 200 ਯੂਨਿਟ ਮੁਫਤ ਦਿੰਦੀ ਹੈ। ਇਹਦੇ ਨਾਲ ਕਹਿੰਦੇ ਵੀ ਥੋੜੀ ਜਿਹੀ ਰਕਮ ਜਿਹੜੀ ਹੈਗੀ ਹੈ ਲੋਕਾਂ ਦੀ ਜੇਬ 'ਚ ਪੈ ਜਾਂਦੀ। ਪਰ ਨਾਲ ਹੀ ਉਹ ਕਹਿੰਦੇ ਆ ਵੀ ਜਿਹੜੇ ਦੁਕਾਨਦਾਰ ਹੈ, ਉਦਯੋਗ ਹੈਗੇ ਤੇ ਕਿਸਾਨਾਂ ਵੱਲੋਂ ਇਹਨਾਂ ਤੋਂ ਕਮਰਸ਼ੀਅਲ ਤੇ ਖੇਤੀਬਾੜੀ ਬਿਜਲੀ ਦੀਆਂ ਵੱਧ ਕੀਮਤਾਂ ਵਸੂਲ ਕੀਤੀਆਂ ਜਾ ਰਹੀਆਂ ਜੀ। ਤੇ ਉਹਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਛੋਟੇ ਦੁਕਾਨਦਾਰਾਂ ਤੇ ਹੋਰ ਕਮਰਸ਼ੀਅਲ ਸੰਸਥਾਵਾਂ ਨੂੰ ਜਿਹੜੀ ਬਿਜਲੀ ਦਿੰਦੀ ਹੈ ਪ੍ਰਤੀ ਯੂਨਿਟ ਕਿੰਨੇ ਹਿਸਾਬ ਨਾਲ ਦਿੰਦੀ ਹੈ ਜੀ 11.34 ਰੁਪਏ ਜੀ 11 ਰੁਪਏ 34 ਪੈਸੇ ਪ੍ਰਤੀ ਯੂਨਿਟ ਦਿੰਦੀ ਹੈ। ਜਦੋਂ ਕਿ ਪੰਜਾਬ ਸਰਕਾਰ ਬਿਜਲੀ ਉੱਤੇ ਸਬਸਿਡੀ ਦਿੰਦੀ ਹੈ 10,458 ਕਰੋੜ ਰੁਪਏ।
ਕੇਜਰੀਵਾਲ ਦੀ ਸਰਕਾਰ ਦਿੰਦੀ ਹੈ 2800 ਤੇ 20 ਕਰੋੜ ਰੁਪਏ। ਜੀ। ਔਰ ਜੇ ਆਪਾਂ ਫਰਕ ਦੇਖੀਏ ਤਾਂ ਉਹ ਕਹਿੰਦੇ ਆ ਵੀ ਦਿੱਲੀ ਦੀ ਪੰਜਾਬ ਦੀ ਬੱਸੋਂ 3 ਕਰੋੜ ਤੇ ਦਿੱਲੀ ਦੀ ਬੱਸੋਂ 2 ਕਰੋੜ ਤੇ ਪ੍ਰਤੀ ਵਿਅਕਤੀ ਪੰਜਾਬ ਦੇ ਵਿੱਚ ਮਤਲਬ ਪ੍ਰਤੀ ਵਿਅਕਤੀ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ 3400 ਤੇ 86 ਰੁਪਏ, ਜਦੋਂ ਕਿ ਦਿੱਲੀ ਦੇ ਵਿੱਚ ਇਹ ਹੈਗੀ 1400 ਤੇ 10 ਰੁਪਏ। ਜੀ। ਇਹ ਹੁਣ ਉਹਨਾਂ ਨੇ ਆਪਦੇ ਅੰਕੜੇ ਦਿੱਤੇ। ਇਹਦੇ ਤੇ ਆਮ ਆਦਮੀ ਪਾਰਟੀ ਦਾ ਪ੍ਰਤੀਕਰਮ ਕੀ ਹੈ? ਨਹੀਂ ਕੀ ਹੈ? ਆ ਗਿਆ ਜੀ, ਆ ਗਿਆ। ਅੱਛਾ। ਉਹਨਾਂ ਦਾ ਪ੍ਰਤੀਕਰਮ ਇਹ ਹੈ, ਉਹਨਾਂ ਨੇ ਇਹ ਨਹੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਦਾ ਹੈ। ਉਹ ਕਹਿੰਦੇ ਦਿੱਲੀ ਦੀ ਗੱਲ ਨਾ ਕਰ, ਆਪਦਾ ਪੰਜਾਬ ਸੰਭਾਲ। ਜੀ। ਦਿੱਲੀ ਦੀ ਗੱਲ ਨਾ ਕਰ, ਆਪਦਾ ਪੰਜਾਬ ਸੰਭਾਲ। ਹੁਣ ਜੇ ਭਾਈ ਕੇਜਰੀਵਾਲ ਆ ਕੇ ਦਿੱਲੀ ਨੂੰ ਛੱਡ ਕੇ ਪੰਜਾਬ ਦੀ ਗੱਲ ਕਰਦਾ ਹੈ ਤੇ ਜਵਾਬ ਤਾਂ ਉਹਨੂੰ ਕਿੱਥੇ ਮਿਲੂਗਾ? ਤਾਂ ਜੋ ਕੁਛ ਮਤਲਬ ਫਿਰ ਦਿੱਲੀ ਦੇ ਵਿੱਚ ਹੋ ਰਿਹਾ ਉਹਦਾ ਲੇਖਾ ਜੋਖਾ ਪੰਜਾਬ ਵਾਲੇ ਵੀ ਕਰਨਗੇ। ਪਰ ਇਹ ਗੱਲ ਜ਼ਰੂਰ ਤੁਹਾਡੀ ਯਾਦ ਹੋਣਾ, ਇੱਕ ਵਾਰੀ ਪਹਿਲਾਂ ਵੀ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਜਦੋਂ ਪਰਾਲੀ ਨੂੰ ਅੱਗ ਲਾਉਣ ਦਾ ਸਵਾਲ ਆਇਆ ਸੀ। ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਤੇ ਕਹਿੰਦੇ ਸੀ ਜੀ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਸਬਸਿਡੀ ਦਿੰਦੇ ਹਾਂ, ਜੀ। ਲੋਕਾਂ ਨੂੰ ਅਸੀਂ ਜਿਹੜੀ ਹੈਗੀ ਆ ਰਾਹਤ ਦਿੰਦੇ ਹਾਂ। ਉਦੋਂ ਉਹਨਾਂ ਨੇ ਕਹਿੰਦੇ ਸੀਗੇ ਜੀ ਅਸੀਂ ਉਹ ਜਿਹੜੀ ਉਹਨੂੰ ਜਿਹੜਾ ਰਹਿੰਦ ਖੂੰਦ ਨੂੰ ਖਤਮ ਕਰਨ ਵਾਸਤੇ ਵੀ ਇੱਕ ਵਿਸ਼ੇਸ਼ ਕਿਸਮ ਦਾ ਕੈਮੀਕਲ ਬਣਾਇਆ ਸੀ ਤੇ ਸ਼ਾਇਦ ਮੇਰਾ ਖਿਆਲ ਹੈ ਵੀ ਫਸਲ ਮਰ ਗਈ ਸੀ ਜੀ। ਔਰ ਫਸਲ ਮਰਨ ਵੇਲੇ ਉਹਨਾਂ ਨੇ ਕਹਿਤਾ ਸੀ ਜੀ ਅਸੀਂ ਤਾਂ ਇੰਨਾ ਮੁਆਵਜ਼ਾ ਦਿੱਤਾ, ਕਈ ਹਜ਼ਾਰ ਰੁਪਈਆਂ ਵਾਲੀ ਗੱਲ। ਪਰ ਜੇ ਦਿੱਲੀ ਦੇ ਵਿੱਚ ਆਪਾਂ ਫਸਲ ਦੇਖੀ ਤਾਂ ਦਿੱਲੀ ਦੇ ਵਿੱਚ ਤਾਂ ਜ਼ਮੀਨ ਐਗਰੀਕਲਚਰ ਵਾਲੀ ਜ਼ਮੀਨ ਹੀ ਬੜੀ ਘੱਟ ਹੈ। ਜੇ ਉੱਥੇ ਬੈਨੀਫਿਟ ਦੇਣਾ ਹੋਵੇ ਤਾਂ ਪੰਜਾਬ ਤਾਂ ਮਤਲਬ ਕਿ ਕੋਈ ਐਗਰੀਕਲਚਰ ਹੈ, ਇੱਥੇ ਇੰਡਸਟਰੀ ਘੱਟ ਹੈਗੀ ਤੇ ਐਗਰੀਕਲਚਰ ਜ਼ਿਆਦਾ ਹੈ। ਜੀ। ਐਗਰੀਕਲਚਰ ਦੇ ਉੱਤੇ ਖਰਚਾ ਜ਼ਿਆਦਾ ਆਉਂਦਾ, ਉੱਥੇ ਐਗਰੀਕਲਚਰ ਘੱਟ ਹੈ, ਉੱਥੇ ਉਹਨਾਂ ਨੂੰ ਸਬਸਿਡੀ ਦਿੱਤੀ ਜਾ ਸਕਦੀ ਸੀ। ਹੁਣ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਸਬਸਿਡੀ ਨਹੀਂ ਦੇਵਾਂਗੇ, ਸਗੋਂ ਇਹ ਗੱਲ ਕਹੀ ਹੈ ਕਿ ਜੀ ਇਹ ਪੰਜਾਬ ਵਾਲੇ ਤੁਸੀਂ ਆਪਣਾ ਪੰਜਾਬ ਸੰਭਾਲੋ, ਦਿੱਲੀ ਤੋਂ ਕੀ ਲੈਣੇ। ਜੀ। ਤੇ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਚੱਲ ਰਹੀ ਹੈ ਜੀ ਸੋਨੀਆ ਗਾਂਧੀ ਨਾਲ, ਕੀ ਨਿਕਲ ਸਕਦਾ? ਦੇਖੋ ਗੱਲ ਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦਾ ਕ੍ਰਾਈਸਿਸ ਹੈ ਜਾਂ ਪੰਜਾਬ ਦੀ ਕਾਂਗਰਸ ਦਾ ਕਾਟੋ ਕਲੇਸ਼ ਹੈ, ਇਹਨੂੰ ਲੈ ਕੇ ਇੱਕ 3 ਮੈਂਬਰੀ ਕਮੇਟੀ ਬਣਾਈ ਸੀ। ਉਸ 3 ਮੈਂਬਰੀ ਕਮੇਟੀ ਨੇ ਕਈ ਦਿਨ ਲਾ ਕੇ 150 ਜਿਹੜੇ ਹੈਗੇ ਆ ਕਾਂਗਰਸ ਦੇ ਛੋਟੇ ਵੱਡੇ ਲੀਡਰ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੇ ਵਿੱਚੋਂ 2 ਵਾਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਕਮੇਟੀ ਨੂੰ ਮਿਲ ਚੁੱਕਿਆ ਤੇ 2 ਵਾਰੀ ਮਿਲ ਚੁੱਕਿਆ ਨਵਜੋਤ ਸਿੰਘ ਸਿੱਧੂ ਵੀ। ਔਰ ਕਈ ਹੋਰ ਜਿਹੜੇ ਲੀਡਰ ਹੈਗੇ ਆ ਪੰਜਾਬ ਦੇ ਵੱਡੇ ਲੀਡਰਾਂ 'ਚ, ਜਿਵੇਂ ਆਪਾਂ ਕਹੀਏ ਪ੍ਰਤਾਪ ਸਿੰਘ ਬਾਜਵਾ ਵੀ ਇੱਕ ਤੋਂ ਵੱਧ ਵਾਰ ਮਿਲ ਚੁੱਕਿਆ ਹੈ, ਸ਼ਮਸ਼ੇਰ ਸਿੰਘ ਦੂਲੋ ਵੀ ਮਿਲ ਚੁੱਕਿਆ ਹੈ, ਜਾਖੜ ਸਾਹਿਬ ਵੀ ਕਈ ਵਾਰੀ ਮਿਲ ਚੁੱਕੇ ਹੈ। ਇਹ ਜਦੋਂ ਸਾਰਾ ਪ੍ਰੋਸੈਸ ਹੋ ਗਿਆ ਤੇ ਉਹ ਤੋਂ ਬਾਅਦ ਉਸ ਕਮੇਟੀ ਨੇ 3 ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਬਣਾ ਕੇ ਸੋਨੀਆ ਗਾਂਧੀ ਨੂੰ ਦੇਤੀ ਸੀ ਜੀ। ਔਰ ਉਹਦੇ ਵਿੱਚ ਉਹਨਾਂ ਨੇ ਕੁਝ ਸੁਝਾਅ ਦਿੱਤੇ ਸੀ ਕਿ ਪੰਜਾਬ ਦੇ ਕਾਟੋ ਕਲੇਸ਼ ਨੂੰ ਕਿਵੇਂ ਖਤਮ ਕੀਤਾ ਜਾਵੇ। ਫਿਰ ਅਚਨਚੇਤ ਖਬਰ ਇਹ ਆ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਬੁਲਾ ਲਿਆ ਜੀ। ਇਹ ਖਬਰ ਕਿਤੋਂ ਹੋਰ ਨਹੀਂ ਆਈ, ਸਗੋਂ ਨਵਜੋਤ ਸਿੰਘ ਸਿੱਧੂ ਨੇ ਆਪ ਜਾਰੀ ਕੀਤੀ ਸੀ। ਅੱਛਾ ਜੀ। ਕਿ ਜੀ ਮੈਨੂੰ ਦਿੱਲੀ ਬੁਲਾ ਲਿਆ ਪ੍ਰਿੰਕਾ ਗਾਂਧੀ ਵਾਡਰਾ ਨੇ ਤੇ ਰਾਹੁਲ ਗਾਂਧੀ ਨੇ, ਮੈਂ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਆਣਾ ਜੀ। ਉਹ ਦਿੱਲੀ ਪਹੁੰਚ ਗਏ, ਲੇਕਿਨ ਦਿੱਲੀ ਉਹਨਾਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਹੁੰਦੀ ਤੇ ਸ਼ਾਮ ਨੂੰ ਰਾਹੁਲ ਗਾਂਧੀ ਕਹਿੰਦਾ ਮੇਰੀ ਤਾਂ ਕੋਈ ਮੀਟਿੰਗ ਹੀ ਨਹੀਂ ਸੀ। ਫਿਰ ਉਹ ਉਸੇ ਰਾਤ ਸ਼ਾਮ ਨੂੰ ਜਾ ਕੇ ਪ੍ਰਿੰਕਾ ਨਾਲ ਗੱਲ ਕਰਦੇ ਆ, ਅਗਲੇ ਦਿਨ ਵੀ ਪ੍ਰਿੰਕਾ ਨਾਲ ਗੱਲ ਕਰਦੇ ਆ ਸਿੱਧੂ ਸਾਹਿਬ। ਪ੍ਰਿੰਕਾ ਆਪਣੇ ਭਰਾ ਕੋਲੇ ਜਾਂਦੀ ਹੈ, ਭਰਾ ਨੂੰ ਜਾ ਕੇ ਕਿਸੇ ਹੱਦ ਤੱਕ ਕਨਵਿੰਸ ਕਰਦੀ ਹੈ। ਫਿਰ ਭਰਾ ਉਹਨੂੰ ਕਹਿੰਦਾ ਕਿ ਉਹਨੂੰ ਕਹੋ ਕਿ ਜੇ ਉਹ ਸਾਡੀਆਂ ਗੱਲਾਂ ਮੰਨੂਗਾ ਤਾਂ ਹੀ ਗੱਲ ਕਰਨ ਦਾ ਫਾਇਦਾ, ਐਵੇਂ ਕੋਈ ਫਾਇਦਾ ਨਹੀਂ। ਪ੍ਰਿੰਕਾ ਆਪਣੀ ਮਾਂ ਕੋਲੇ ਜਾਂਦੀ ਹੈ, ਮਾਂ ਨਾਲ ਗੱਲਬਾਤ ਹੋਣ ਤੋਂ ਬਾਅਦ ਫਿਰ ਸ਼ਾਮ ਨੂੰ ਦੇਰ ਸ਼ਾਮ ਕਿਤੇ ਉਹਨਾਂ ਦੀ ਗੱਲਬਾਤ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਨਾਲ। ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਹੋਣ ਤੋਂ ਬਾਅਦ ਇਹ ਗੱਲ ਕਹਿਤੀ ਸੀ ਕਿ ਇਹ ਮਾਮਲਾ ਛੇਤੀ ਨਿਪਟ ਜੂਗਾ ਜੀ। ਲੇਕਿਨ ਮਾਮਲਾ ਨਿਪਟਣ ਦੀ ਬਜਾਏ ਹੋਰ ਪੇਚੀਦਾ ਹੋ ਗਿਆ। ਪੇਚੀਦਾ ਕਿਉਂ ਹੋ ਗਿਆ? ਕਿਉਂਕਿ ਉੱਥੋਂ ਖਬਰ ਇਹ ਨਿਕਲ ਕੇ ਆ ਰਹੀ ਸੀ ਜੀ ਕਿ ਨਵਜੋਤ ਸਿੰਘ ਸਿੱਧੂ ਇਹ ਕਹਿੰਦਾ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਲਾ ਕੇ ਕੰਮ ਨਹੀਂ ਕਰਨਾ ਜੀ, ਮੈਂ ਉਹਦੀ ਲੀਡਰਸ਼ਿਪ ਕਬੂਲ ਨਹੀਂ ਕਰਨੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਹਿਤਾ ਸੀ ਕਿ ਮੇਰੇ ਦਰਵਾਜ਼ੇ ਨਵਜੋਤ ਲਈ ਹਮੇਸ਼ਾ ਵਾਸਤੇ ਬੰਦ ਹੈ ਜੀ। ਉਸ ਤੋਂ ਬਾਅਦ ਉਹ ਕਹਿੰਦਾ ਸੀ ਕਿ ਜੇ ਮੈਂ ਕੰਮ ਕਰਨਾ ਤਾਂ ਮੈਂ ਇੰਡੀਪੈਂਡੈਂਟਲੀ ਕੰਮ ਕਰਨਾ ਹੈ। ਹੁਣ ਇੰਡੀਪੈਂਡੈਂਟਲੀ ਹੋਰ ਕਿਸ ਉਹਦੇ ਉੱਤੇ ਕੰਮ ਹੋ ਸਕਦਾ ਹੈ? ਮੰਤਰੀ ਮੰਡਲ ਦੇ ਵਿੱਚ ਤਾਂ ਮੁੱਖ ਮੰਤਰੀ ਦੇ ਮਤਹਿਤ ਕੰਮ ਕਰਨਾ ਪੈਣਾ ਜੀ। ਹਾਈ ਕਮਾਂਡ ਕੋਲੇ 2 ਹੀ ਚਾਰੇ ਸੀ ਵੀ ਜਾਂ ਤਾਂ ਮੁੱਖ ਮੰਤਰੀ ਨੂੰ ਲਾਂਭੇ ਕਰੇ, ਮੁੱਖ ਮੰਤਰੀ ਕੋਈ ਨਵਾਂ ਬਣਾਵੇ ਤੇ ਉਹਦੇ ਥੱਲੇ ਗੱਲ ਕਰ ਲਵੇ, ਤੇ ਜਾਂ ਫਿਰ ਇਹ ਵੀ ਉਹਨੂੰ ਸਟੇਟ ਦੀ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਬਣਾਇਆ ਜੀ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਨਜ਼ਰ ਜਿਹੜੀ ਹੈ ਉਹ ਸਟੇਟ ਦੇ ਪ੍ਰੈਜ਼ੀਡੈਂਟ ਤੇ ਹੀ ਹੈ, ਕਿਉਂਕਿ ਪ੍ਰੈਜ਼ੀਡੈਂਟ ਨੇ ਹੀ ਜਿਹੜੀ ਹੈਗੀ ਹੈ ਫਾਈਨਲ ਲਿਸਟ ਜਿਹੜੀ ਹੈ ਉਹ ਪੇਸ਼ ਕਰਨੀ, ਉਹਦੇ ਨਾਲ ਫਿਰ ਆਪਦਾ ਗਰੁੱਪ ਕ੍ਰੀਏਟ ਉਹਦੇ ਨਾਲ ਆਪਣਾ ਗਰੁੱਪ ਕ੍ਰੀਏਟ ਕਰਨਾ ਹੁੰਦਾ, ਉਹਦੀ ਨਜ਼ਰ ਇਹ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਵੀ ਕੱਚੀਆਂ ਗੋਲੀਆਂ ਨਹੀਂ ਖੇਡਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਨਾਲ ਦੀ ਨਾਲ ਹੀ ਜਿਹੜੇ ਹੈਗੇ ਹੈ ਖਾਣੇ ਵਾਲਾ ਜਿਹੜਾ ਡਿਨਰ ਡਿਪਲੋਮੈਸੀ, ਲੰਚ ਡਿਪਲੋਮੈਸੀ ਸ਼ੁਰੂ ਕਰਤੀ। ਇਹ ਕਿਹਾ ਕਿ ਮੈਂ ਤਾਂ ਜੀ ਲੋਕਾਂ ਨੂੰ ਮਿਲਣਾ ਚਾਹੀਦਾ, ਮੇਰੇ ਐਮਐਲਏ ਆਉਣ, ਮੇਰੇ ਵਜ਼ੀਰ ਆਉਣ। ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਖੇਡ ਖੇਡੀ ਜੀ। ਉਹਨੇ ਸਾਰੇ ਜਿਹੜੇ ਹਿੰਦੂ ਭਾਈਚਾਰੇ ਦੇ ਲੀਡਰ ਸੀ ਉਹਨਾਂ ਨਾਲ
ਲੰਗਰ ਪਾਣੀ ਛਕ ਔਰ ਉਹ ਜਿਹੜੇ ਲੀਡਰ ਜਿਹੜੇ ਹੈਗੇ ਉਹਦੇ ਵਿੱਚ ਇੰਪਰੂਵਮੈਂਟ ਟਰਸਟਾਂ ਦੇ ਚੇਅਰਮੈਨ, ਸਾਬਕਾ ਪ੍ਰਧਾਨ ਹੋ ਗਏ, ਸਾਬਕਾ ਮੰਤਰੀ ਹੋ ਗਏ, ਕਾਫੀ ਤਾਦਾਦ ਦੇ ਵਿੱਚ ਜਿਹੜੇ ਹੈ ਉੱਥੇ ਇਕੱਠੇ ਹੋ ਗਏ ਹਿੰਦੂ ਲੀਡਰ। ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹਦੇ ਵਿੱਚੋਂ ਇੱਕ ਜਿਹੜੀ ਹੈਗੀ ਆ ਗੱਲ ਉੱਭਰ ਕੇ ਆਉਂਦੀ ਹੈ ਕਿ ਪੰਜਾਬ ਦੇ ਵਿੱਚ 40% ਜਿਹੜੀ ਵਸੋਂ ਹੈ ਉਹ ਹਿੰਦੂ ਹੈ। ਜੇ ਮੁੱਖ ਮੰਤਰੀ ਸਰਦਾਰ ਹੈ ਤੇ ਹਿੰਦੂਆਂ ਨੂੰ ਤੁਸੀਂ ਕਿਵੇਂ ਇਗਨੋਰ ਕਰੋਗੇ? ਘੱਟੋ ਘੱਟ ਪ੍ਰਧਾਨ ਤਾਂ ਫਿਰ ਹਿੰਦੂਆਂ ਦਾ ਬਣਾਓ। ਨਾਲ ਉਹਨਾਂ ਨੇ ਇਹ ਗੱਲ ਵੀ ਕਰਤੀ ਪਿਛਲੇ ਸਮੇਂ ਦੇ ਵਿੱਚ, ਔਰ ਉਹਦਾ ਨੁਕਸਾਨ ਵੀ ਕਾਂਗਰਸ ਪਾਰਟੀ ਨੂੰ ਹੋਇਆ ਤੇ ਅਕਾਲੀ ਦਲ ਨੂੰ ਫਾਇਦਾ ਹੋਇਆ। ਤੁਸੀਂ ਦੇਖਿਆ ਹੋਣਾ ਕਿ ਕਿਸੇ ਜ਼ਮਾਨੇ 'ਚ ਅਕਾਲੀ ਦਲ ਨੇ ਸ਼ਹਿਰੀ ਸੀਟਾਂ ਸਾਰੀਆਂ ਦੀਆਂ ਸਾਰੀਆਂ ਬੀਜੇਪੀ ਲਈ ਛੱਡਤੀਆਂ ਸੀ। ਲੇਕਿਨ ਸੁਖਬੀਰ ਬਾਦਲ ਨੇ ਆ ਕੇ ਇੱਕ ਗੱਲ ਕੀਤੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰਦੇ ਸੀ। ਜਦੋਂ ਸੁਖਬੀਰ ਬਾਦਲ ਦੇ ਕੋਲੇ ਕਮਾਂਡ ਆ ਗਈ ਸੀ, ਫਿਰ ਸੁਖਬੀਰ ਬਾਦਲ ਨੇ ਆ ਕੇ ਗੱਲ ਕੀਤੀ ਸੀ ਕਿ ਜ਼ਿਆਦਾ ਸੀਟਾਂ ਹਿੰਦੂਆਂ ਨੂੰ ਦੇਣ ਦੀ ਬਜਾਏ ਕਿਉਂ ਨਾ ਹਿੰਦੂ ਕੈਂਡੀਡੇਟ ਖੜੇ ਕੀਤੇ ਜਾਣ। ਔਰ ਕਿੰਨੇ ਥਾਵਾਂ ਦੇ ਉੱਤੇ ਉਹਨਾਂ ਨੇ ਹਿੰਦੂ ਕੈਂਡੀਡੇਟ ਖੜੇ ਕਰਤੇ ਸੀ। 2012 ਦੇ ਵਿੱਚ ਕਾਂਗਰਸ ਪਾਰਟੀ ਨੂੰ ਜੇ ਮਾਰ ਪਈ ਸੀ ਤਾਂ ਦਾਨੇਵਾਲੀਆ ਸਾਹਿਬ ਦਾ ਇੱਕ ਕਾਰਨ ਇਹ ਵੀ ਸੀ, ਫਿਰੋਜ਼ਪੁਰ ਤੋਂ ਲੈ ਕੇ ਪਟਿਆਲੇ ਤੱਕ ਜਿੰਨੀਆਂ ਵੀ ਸ਼ਹਿਰੀ ਸੀਟਾਂ ਇਹਨਾਂ ਸਾਰੀਆਂ ਸ਼ਹਿਰੀ ਸੀਟਾਂ ਦੇ ਉੱਤੇ ਸਿੱਖ ਕੈਂਡੀਡੇਟ ਸੀ। ਔਰ ਇਹਦੇ ਮੁਕਾਬਲਤਨ ਅਕਾਲੀ ਦਲ ਵਾਲਿਆਂ ਨੇ ਹਿੰਦੂ ਕੈਂਡੀਡੇਟ ਖੜੇ ਕੀਤੇ ਸੀ। ਉਹਦੇ ਵਿੱਚ ਉਹਨੇ ਨਾਲ ਫਰਕ ਪੈ ਗਿਆ ਕਿਉਂਕਿ ਹਰ ਭਾਈਚਾਰਾ ਇਹ ਸੋਚਦਾ ਵੀ ਬੰਦਾ ਸਾਡਾ। ਹੁਣ ਉੱਥੇ ਆ ਕੇ ਉਹਨਾਂ ਨੇ ਫੇਰ ਇਹ ਗੱਲ ਕਰ ਲਈ ਕਿ ਜੀ ਸਾਡੇ ਵਾਸਤੇ ਇੱਕ ਤਾਂ ਸਾਡਾ ਪ੍ਰਧਾਨ ਜਿਹੜਾ ਸਟੇਟ ਦਾ ਹੋਣਾ ਚਾਹੀਦਾ, ਹਿੰਦੂ ਹੋਣਾ ਚਾਹੀਦਾ, ਦੂਜੀਆਂ ਸ਼ਹਿਰੀ ਸੀਟਾਂ ਸਾਨੂੰ ਮਿਲਣੀਆਂ ਚਾਹੀਦੀਆਂ। ਔਰ ਮੈਂ ਪਹਿਲਾਂ ਵੀ ਦਾਨੇਵਾਲੀਆ ਸਾਹਿਬ ਆਪਣੀ ਪ੍ਰਾਈਵੇਟਲੀ ਵੀ ਗੱਲਬਾਤ ਹੁੰਦੀ ਰਹੀ ਹੈ ਕਿ ਐਤਕੀ ਵਾਲੀਆਂ ਜਿਹੜੀਆਂ ਇਲੈਕਸ਼ਨ ਹੈ ਇਹਦੇ ਵਿੱਚ ਹਿੰਦੂ ਭਾਈਚਾਰੇ ਦੀ ਭੂਮਿਕਾ ਬੜੀ ਅਹਿਮ ਰਹਿਣੀ ਹੈ। ਐਂਡ ਬੀਜੇਪੀ ਵੀ ਕਰੂਗੀ ਕਿਉਂਕਿ ਬੀਜੇਪੀ ਨੇ ਵੀ ਇੰਪੋਰਟੈਂਸ ਨਹੀਂ, ਅੱਗੇ ਬੀਜੇਪੀ ਤੇ ਜਿਹੜਾ ਅਕਾਲੀ ਦਲ ਆ ਉਹ ਮਿਲ ਕੇ ਚੋਣਾਂ ਲੜਦੇ ਸੀ। 2019 ਦੀਆਂ ਚੋਣਾਂ ਵੇਲੇ ਜੇ ਇੱਥੇ ਅਕਾਲੀ ਦਲ ਦੇ 2 ਕੈਂਡੀਡੇਟ ਜਿੱਤੇ ਬਾਦਲ ਜੋੜੀ ਤਾਂ ਉਹ ਦੋਨੇ ਜੇ ਆਪਾਂ ਕਹਿ ਦਈਏ ਆਪਣੀ ਪਾਪੂਲੈਰਿਟੀ ਨਾਲ ਨਹੀਂ ਜਿੱਤੇ, ਉਹ ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਉਹ ਹੈ, ਜਾਂ ਜਿਹੜੀਆਂ ਕੁਛ ਹੋਰ ਤੁਹਾਨੂੰ ਪਤਾ ਤਿਕੜਮਬਾਜ਼ੀਆਂ ਹੁੰਦੀਆਂ ਅੰਦਰੂਨੀ ਇੱਕ ਦੂਜੇ ਨੂੰ ਮਤਲਬ ਮਦਦ ਪਹੁੰਚਾਉਣ ਵਾਲੀਆਂ ਉਹ ਹੁੰਦੇ, ਉਹਦਾ ਕਰਕੇ ਉਹ ਜਿੱਤੇ ਸੀ। ਔਰ ਐਤਕੀ ਜਦੋਂ ਬੀਜੇਪੀ ਇਹਨਾਂ ਦੇ ਨਾਲ ਹੈ ਨਹੀਂ, ਬੀਜੇਪੀ ਨੇ ਕਹਿੰਦਾ ਅਸੀਂ 117 ਸੀਟਾਂ ਤੇ ਬੰਦੇ ਖੜੇ ਕਰਾਂਗੇ। ਮੇਰੇ ਯਾਦ ਆਉਂਦੀ ਹੈ ਕਿ ਮੈਂ ਕਿਉਂਕਿ ਆਪਾਂ ਲੈਫਟ ਮੂਵਮੈਂਟ ਦੇ ਵਿੱਚ ਮੈਂ ਕੰਮ ਕੀਤਾ ਹੈ, ਹੁਣ ਲੈਫਟ ਮੂਵਮੈਂਟ ਬੜੀ ਕਮਜ਼ੋਰ ਹੋ ਗਈ। ਕਈ ਵਾਰੀ ਉਹ ਕਹਿੰਦੇ ਜੀ ਸਾਰੀਆਂ ਸੀਟਾਂ ਤੇ ਬੰਦੇ ਖੜੇ ਕਰ ਦਿਆਂਗੇ, ਤੇ ਜਦੋਂ ਕਿਸੇ ਥਾਂ ਦੇ ਉੱਤੇ ਬੰਦਾ ਖੜਾ ਕਰੀਦਾ ਕਿਸੇ ਸੱਜਣਾ ਮਿੱਤਰਾਂ ਕੋਲ ਜਾਈਦਾ ਵੀ ਵੋਟਾਂ ਕਿਹਨੂੰ ਪਾਉਂਗੇ, ਉਹ ਕਹਿੰਦੇ ਦੱਸੋ ਕਿਹਨੂੰ ਪਾ ਦਈਏ, ਕਹਿੰਦੇ ਯਾਰ ਇੱਥੇ ਕਾਮਰੇਡ ਖੜਾ ਹੈ, ਇਹ ਕਾਮਰੇਡ ਚੰਗੇ ਹੁੰਦੇ ਇਹਨਾਂ ਨੂੰ ਪਾ ਦਿਓ। ਤੇ ਪਤਾ ਕੀ ਕਹਿੰਦੇ, ਯਾਰ ਕਿਉਂ ਵੋਟ ਖਰਾਬ ਕਰਾਉਣੇ ਹੋ, ਇਹਨਾਂ ਨੇ ਕਿਹੜਾ ਜਿੱਤਣਾ ਹੈ, ਜਿਹਨੇ ਜਿੱਤਣਾ ਹੀ ਨਹੀਂ। ਔਰ ਇਹੀ ਗੱਲ ਹੁਣ ਬੀਜੇਪੀ ਤੇ ਲਾਗੂ ਹੋਣੀ ਹੈ ਵੀ ਬੀਜੇਪੀ ਨੇ ਪੰਜਾਬ 'ਚ ਜਿੱਤਣਾ ਤਾਂ ਹੈ ਨਹੀਂ, ਫਿਰ ਹਿੰਦੂ ਭਾਈਚਾਰਾ ਸੋਚਦਾ ਕਿ ਵੋਟ ਖਰਾਬ ਕਿਵੇਂ ਕੀਤੀ ਜਾਵੇ। ਔਰ ਇਹ ਗੱਲ ਨੂੰ ਜਿਹੜੇ ਹਿੰਦੂ ਲੀਡਰ ਕਾਂਗਰਸ ਵੀ ਜਾਣਦੇ ਆ, ਉਹਨਾਂ ਨੇ ਹੁਣ ਆ ਕੇ ਫਾਨਾ ਇਹ ਕੱਢਤਾ। ਅੱਜ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਗਏ ਸੀ ਸਵੇਰੇ, ਕਪੂਰਥਲਾ ਹਾਊਸ ਦੇ ਵਿੱਚ ਜਾ ਕੇ ਉਹਨਾਂ ਨੇ ਕਿਆਮ ਕੀਤਾ। ਉੱਥੇ ਜਿਹੜੇ ਬੰਦੇ ਉਹਨਾਂ ਨੂੰ ਮਿਲਣ ਵਾਸਤੇ ਰਵਨੀਤ ਬਿੱਟੂ ਆ ਗਿਆ, ਉਹਦੇ ਵਿੱਚ ਡਾਕਟਰ ਰਾਜਕੁਮਾਰ ਵੇਰਕਾ ਤਾਂ ਪੁਰਾਣੇ ਹੀ ਉਹਨਾਂ ਦੇ ਨਾਲ ਹੈ। ਤੇ ਵੱਡੀ ਗੱਲ ਇਹ ਹੈ ਕਿ ਜਿਹੜਾ ਅਕਾਲੀ ਦਲ ਦੇ ਦਫ਼ਤਰ ਦੇ ਗੇਟ ਤੋਂ ਮੁੜ ਕੇ ਆਇਆ ਅਸ਼ਵਨੀ ਸੇਖੜੀ, ਉਹ ਵੀ ਪਹੁੰਚ ਗਿਆ ਜੀ ਉੱਥੇ। ਅਸ਼ਵਨੀ ਸੇਖੜੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦਾ ਤੇ ਅਸ਼ਵਨੀ ਸੇਖੜੀ ਨੇ ਆ ਕੇ ਅਟੈਕ ਕੀਤਾ ਹੈ। ਕੀਤਾ ਕਿਹਦੇ ਤੇ? ਤ੍ਰਿਪਤ ਰਜਿੰਦਰ ਬਾਜਵੇ ਤੇ। ਕਹਿੰਦਾ ਜੀ ਇਹਨਾਂ ਨੇ ਡੋਬਤੀ ਸੀ ਕਾਂਗਰਸ। ਮੇਰੇ ਵਰਗਾ ਬੰਦਾ ਕਹਿੰਦਾ ਜੇ ਮੇਰਾ ਤਾਂ ਤਾਲਮੇਲ ਹੀ ਨਹੀਂ ਹੋਣ ਦਿੰਦੇ ਸੀ, ਕਹਿੰਦੇ ਮੁੱਖ ਮੰਤਰੀ ਨਾਲ ਮੈਨੂੰ ਮਿਲ ਨਹੀਂ ਦਿੰਦੇ ਸੀ। ਇਹ ਸਾਰੇ ਬੰਦੇ ਉੱਥੇ ਇਕੱਠੇ ਹੋ ਗਏ। ਹੁਣ ਇਸ ਵੇਲੇ ਮਤਲਬ ਸੋਨੀਆ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਚੱਲ ਰਹੀ ਹੈ। ਉਸ ਮੀਟਿੰਗ ਦੇ ਵਿੱਚੋਂ ਨਿਕਲ ਕੇ ਕੀ ਆਉਂਦਾ ਹੈ, ਉਹਦੇ ਚੋਂ ਇਹ ਨਿਕਲ ਕੇ ਹੁਣ ਆਉਣਾ ਵੀ ਜਿਹੜੀ ਹੈ ਜੋ ਹੁਣ ਇਸ ਵੇਲੇ ਇਹਨੂੰ ਆਪਾਂ ਕਹਾਂਗੇ ਕਬੱਡੀ ਲੀਗ। ਕਬੱਡੀ ਲੀਗ ਦੇ ਵਿੱਚ ਟੀਮ ਦੇ ਵਿੱਚ ਉਹ ਕਹਿੰਦੇ ਕਪਤਾਨ ਵਗੈਰਾ ਤਾਂ ਸਾਨੂੰ ਸਰਦਾ ਨਹੀਂ, ਕਪਤਾਨ ਸਾਡੀ ਲੋੜ ਹੈ ਪਰ ਰੱਖਣਾ ਨਾਲ ਨਵਜੋਤ ਵੀ ਹੈ। ਉਹ ਰੱਖਣਗੇ ਕਿਸ ਸ਼ਕਲ ਦੇ ਵਿੱਚ, ਇਹ ਇੱਕ ਵੱਡਾ ਸਵਾਲ ਹੈ। ਕੀ ਨਵਜੋਤ ਸਿੱਧੂ ਨੂੰ ਉਹ ਸਟੇਟ ਪ੍ਰੈਜ਼ੀਡੈਂਟ ਬਣਾਉਂਦੇ? ਜੇ ਸਟੇਟ ਪ੍ਰੈਜ਼ੀਡੈਂਟ ਬਣਾਉਂਦੇ ਤੇ ਇਹਦੇ ਨਾਲ ਕਾਂਗਰਸ ਪਾਰਟੀ 'ਚ ਅੱਗੇ ਹੋਰ ਗੜਬੜ ਹੋਣੀ ਹੈ, ਕਿਉਂਕਿ ਸਵਾਏ ਪ੍ਰਗਟ ਸਿੰਘ ਤੋਂ ਕੋਈ ਵੀ ਟਕਸਾਲੀ ਲੀਡਰ ਨਹੀਂ ਚਾਹੁੰਦਾ ਕਿ ਨਵਜੋਤ ਸਿੰਘ ਸਿੱਧੂ ਸਟੇਟ ਦਾ ਪ੍ਰੈਜ਼ੀਡੈਂਟ ਬਣੇ। ਇਹਦੇ ਤੇ ਕਈ ਲੀਡਰਾਂ ਦੀਆਂ ਆਪਾਂ ਗੱਲਾਂ ਬਾਤਾਂ ਪ੍ਰਾਈਵੇਟਲੀ ਵੀ ਸੁਣਦੇ ਹਾਂ। ਉਹ ਕਹਿੰਦੇ ਜੀ ਅਸੀਂ ਟਕਸਾਲੀ ਲੋਕ ਜਿਨ੍ਹਾਂ ਦੀਆਂ 3 ਪੀੜ੍ਹੀਆਂ ਕਾਂਗਰਸ ਚਲੀਆਂ ਗਈਆਂ ਤੇ ਜਿਹੜਾ 4 ਸਾਲ ਪਹਿਲਾਂ ਆਇਆ ਤੇ ਉਹਨੂੰ ਕਿਵੇਂ ਬਣਾਉਣੇ ਤੁਸੀਂ? ਇਹ ਗੱਲਾਂ ਵੀ ਆਉਂਦੀਆਂ। ਫਿਰ ਅਗਲੀ ਗੱਲ ਇਹ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਉਸ ਸ਼ਕਲ ਦੇ ਵਿੱਚ ਕਰੂਗਾ ਕੀ? ਮੇਰੇ ਯਾਦ ਹੈ ਇੱਕ ਵਾਰੀ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਨੂੰ ਸਟੇਟ ਦੀ ਪ੍ਰੈਜ਼ੀਡੈਂਟ ਬਣਾਇਆ, ਉਹ ਤੋਂ ਪਹਿਲਾਂ ਸਰਦਾਰ ਜਗਮੀਤ ਸਿੰਘ ਬਰਾੜ ਦਾ ਫੈਸਲਾ ਹੋ ਗਿਆ। ਅਸੀਂ ਸਾਰੇ ਜਗਮੀਤ ਸਿੰਘ ਬਰਾੜ ਦੇ ਸ਼ੁਭਚਿੰਤਕ ਸੀ। ਇੱਥੋਂ ਤੱਕ ਹੋ ਗਿਆ ਕਿ ਸੋਨੀਆ ਗਾਂਧੀ ਨੇ ਜਗਮੀਤ ਸਿੰਘ ਬਰਾੜ ਦੇ ਆਪਣੇ ਨਾਂ ਦੇ, ਉਹਨਾਂ ਦੇ ਪਿਤਾ ਜੀ ਦੇ ਨਾਂ ਦੇ ਸਪੈਲਿੰਗ ਵੀ ਮੰਗਵਾ ਲਏ ਸੀ ਕਿ ਜਦੋਂ ਆ ਰਿਕਾਰਡ ਕਰਾਂਗੇ ਨਾ ਕਿਤੇ ਸਪੈਲਿੰਗ 'ਚ ਕੋਈ ਮਿਸਟੇਕ ਨਾ ਹੋ ਜਾਵੇ। ਗੱਲਬਾਤ ਫਾਈਨਲ ਹੋ ਗਈ। ਕਹਿੰਦੇ ਜੀ ਇਨ ਦੀ ਮੀਨ ਟਾਈਮ ਗੁਲਾਮ ਨਬੀ ਆਜ਼ਾਦ ਸੋਨੀਆ ਗਾਂਧੀ ਨੂੰ ਮਿਲਣ ਚਲੇ ਗਏ। ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਕੀ ਹੈ, ਤੇ ਸੋਨੀਆ ਗਾਂਧੀ ਨੇ ਕਹਿਤਾ ਜੀ ਪੰਜਾਬ ਵਾਲਾ ਵੀ ਹੋ ਗਿਆ ਫੈਸਲਾ। ਕਹਿੰਦਾ ਜੀ ਕੀ ਹੋ ਗਿਆ?
ਕਹਿੰਦੇ ਜੀ ਜਗਮੀਤ ਸਿੰਘ ਬਰਾੜ ਨੂੰ ਸਟੇਟ ਦਾ ਪ੍ਰੈਜ਼ੀਡੈਂਟ ਬਣਾ ਰਹੇ ਆ। ਗੁਲਾਮ ਨਬੀ ਆਜ਼ਾਦ ਦੀ ਨੇੜਤਾ ਬੀਬੀ ਭੱਠਲ ਨਾਲ ਸੀ ਜੀ। ਉਹ ਕਹਿੰਦਾ ਅੱਛਾ, ਉਹਨੇ ਮੁਸ਼ਕੜੀਏ ਹੱਸ ਪਿਆ। ਤੇ ਮੈਡਮ ਸੋਨੀਆ ਕਹਿੰਦੀ ਕੀ ਗੱਲ ਤੁਸੀਂ ਹੱਸਦੇ ਹੋ? ਕਹਿੰਦੇ ਜੀ ਬਣਾ ਤਾਂ ਦਿਓਗੇ ਤੇ ਹਟਾਓਗੇ ਕਿਵੇਂ? ਉਹ ਤਾਂ ਆਪਦੀ ਕਾਂਗਰਸ ਬਣਾ ਲੂ। ਹਾਂ, ਅੱਗੇ ਮਮਤਾ ਬੈਨਰਜੀ ਨੇ ਨਹੀਂ ਬਣਾਈ। ਹੁਣ ਇੱਥੇ ਸਵਾਲ ਵੱਡਾ ਹੁੰਦਾ, ਕਾਂਗਰਸੀ ਇਹ ਕਹਿੰਦੇ ਕਿ ਨਵਜੋਤ ਸਿੰਘ ਨੂੰ ਸਿੱਧੂ ਨੂੰ ਪ੍ਰਧਾਨਤਾ ਬਣਾ ਲੋਗੇ। ਇਹ ਵੈਸੇ ਇੱਕ ਚੀਜ਼ ਹੈ ਢਿੱਲੋਂ ਸਾਹਿਬ, ਮੈਂ ਗੱਲ ਕਰਾਂ ਨਾ, ਹੁਣ ਤੁਸੀਂ ਜਦੋਂ ਤਾਂ ਮੋਦੀ ਸਾਹਿਬ ਬਣੇ ਨੇ ਪ੍ਰਾਈਮ ਮਿਨਿਸਟਰ, ਦੇਖੋ ਮੋਦੀ ਨੇ ਵੀ ਬੀਜੇਪੀ ਖਤਮ ਕਰਤੀ ਆਰਐਸਐਸ ਦਾ ਜਿਹੜਾ ਕੀਤੀ ਕਰੇ ਦਾ ਬੇੜਾ ਕਰ ਉਹ ਨਹੀਂ, ਉਹ ਆਪਣਾ ਗਰੁੱਪ ਬਣਾ ਗਿਆ ਬਿਲਕੁਲ। ਮੋਦੀ ਸਰਕਾਰ, ਬੀਜੇਪੀ ਕੀ ਸਰਕਾਰ ਨਹੀਂ ਹੈ। ਹੁਣ ਤੁਸੀਂ ਪੰਜਾਬ 'ਚ ਵੀ ਦੇਖੋ ਕਈ ਥਾਵਾਂ ਦੇ ਮੋਦੀ ਹੈ ਤਾਂ ਮੁਮਕਿਨ ਹੈ। ਨਹੀਂ, ਪੰਜਾਬ ਦੇ ਵਿੱਚ ਦੇਖੋ ਜਿਹੜੇ ਮੰਤਰੀ ਨੇ ਉਹ ਕਾਂਗਰਸ ਦਾ ਨਹੀਂ ਲਾਉਂਦੇ, ਕਾਂਗਰਸ ਦਾ ਧੰਨਵਾਦ ਨਹੀਂ ਕਰਾਇਆ ਜਾਂਦਾ, ਉਹ ਮੰਤਰੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਧੰਨਵਾਦ ਕਰਵਾਇਆ ਜਾਂਦਾ। ਟੀਮ ਸੋ ਐਂਡ ਸੋ, ਟੀਮ ਕੁਸ਼ਲਦੀਪ ਢਿੱਲੋਂ, ਟੀਮ ਮਨਪ੍ਰੀਤ ਬਾਦਲ, ਟੀਮ ਆਸ਼ੂ, ਟੀਮਾਂ ਬਣ ਰਹੀਆਂ। ਆਹੀ ਰੌਲਾ ਜਿਹੜੇ ਕਾਂਗਰਸੀ ਜਿਹੜੇ ਹਿੰਦੂ ਕਾਂਗਰਸੀ ਵੀ ਪਿੱਟਦੇ ਆ ਨਾ, ਜਾਂ ਜਿਹੜੇ ਟਕਸਾਲੀ ਕਾਂਗਰਸੀ ਪਿੱਟਦੇ ਉਹ ਇਹੀ ਪਿੱਟਦੇ ਆ ਕਿ ਇਹਨਾਂ ਦੀਆਂ ਟੀਮਾਂ ਬਣ ਜਾਂਦੀਆਂ। ਇਹ ਗੱਲ ਜਿਹੜੀ ਹੈਗੀ ਹੈ ਸਾਡੇ ਬਠਿੰਡੇ ਦੇ ਇੱਕ ਕਾਂਗਰਸੀ ਲੀਡਰ ਨੇ ਕਹੀ। ਉਹ ਕਹਿੰਦਾ ਜੀ ਸਾਨੂੰ ਦੱਸੋ ਵੀ ਜਦੋਂ ਬੰਦਾ ਐਮਐਲਏ ਬਣ ਜਾਂਦਾ ਹੈ, ਬਲਾਕ ਪ੍ਰਧਾਨ ਵੀ ਉਹਨੇ ਆਪਦਾ ਬਣਾਉਣਾ ਹੈ, ਐਮਸੀਆਂ ਨੂੰ ਟਿਕਟਾਂ ਵੀ ਉਹਨੇ ਦੇਣੀਆਂ, ਸਰਪੰਚ ਵੀ ਉਹਨੇ ਆਪਦੇ ਬਣਾਉਣੇ, ਬਲਾਕ ਸਮਤੀ ਦਾ ਚੇਅਰਮੈਨ ਵੀ ਉਹਨੇ ਬਣਾਉਣਾ, ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਹੋਣਾ, ਨਗਰ ਨਿਗਮ ਦਾ ਉਹਨੇ ਬਣਾਉਣਾ, ਸਾਰਾ ਕੁਝ ਉਹਨੇ ਬਣਾਉਣਾ। ਅਸੀਂ ਜਾਂਦੇ ਹਾਂ ਤੇ ਸਾਨੂੰ ਉਹ ਸਮਝਦੇ ਆ ਵੀ ਹਾਂ ਤੁਸੀਂ ਦੱਸੋ। ਕਹਿੰਦੇ ਅਸੀਂ ਜਾ ਕੇ ਕਹਿੰਦੇ ਜੀ ਅਸੀਂ ਕਾਂਗਰਸ ਦੇ ਪੁਰਾਣੇ ਟਕਸਾਲੀ ਵਰਕਰ ਆ। ਉਹ ਕਹਿੰਦੇ ਜੀ ਐਂ ਕਰੋ, ਐਮਐਲਏ ਸਾਹਿਬ ਜਾਂ ਹਲਕਾ ਇੰਚਾਰਜ ਜਾਂ ਫਿਰ ਜਿਹੜੇ ਹੈਗੇ ਵਜ਼ੀਰ ਸਾਹਿਬ, ਜੇ ਉਹ ਹੈ ਨਹੀਂ ਤਾਂ ਉਹਨਾਂ ਦੇ ਰਿਸ਼ਤੇਦਾਰ ਤੋਂ ਫੋਨ ਕਰਾਓ ਜੀ। ਉਹ ਕਹਿੰਦੇ ਜੀ ਅਸੀਂ ਫੋਨ ਹੀ ਕਰਾਉਣੇ ਤੇ ਫਿਰ ਸਾਨੂੰ ਦਰਗਾਹ ਵਿਛਾਉਣ ਕਿਉਂ? ਇਹ ਇੱਕ ਵੱਡੀ ਪ੍ਰੋਬਲਮ ਹੈ। ਆਹੀ ਇਸੇ ਚੀਜ਼ ਨੇ ਕਾਂਗਰਸ ਪਾਰਟੀ ਦੀ ਜਿਹੜੀ ਹਾਲਤ ਹੋਈ ਹੈ ਨਾ। ਬੀਜੇਪੀ ਭਾਵੇਂ ਠੀਕ ਹੈ ਕਿ ਨਰਿੰਦਰ ਮੋਦੀ ਨੇ ਆਪਣੀ ਬੀਜੇਪੀ ਖੜੀ ਕਰ ਲਈ, ਲੇਕਿਨ ਉੱਥੇ ਆਰਐਸਐਸ ਦਾ ਇੱਕ ਮਜ਼ਬੂਤ ਕਾਡਰ ਹੈ। ਆਰਐਸਐਸ ਦਾ ਮਜ਼ਬੂਤ ਕਾਡਰ ਹੈ। ਅੱਜ ਮੈਂ ਇੱਕ ਬੜੇ ਪੁਲਿਸ ਅਧਿਕਾਰੀ ਕੋਲੇ ਬੈਠਾ ਨਾ, ਬਾਲਾ ਸੀਨੀਅਰ ਮਿਡਲ ਲੈਵਲ ਦੇ ਪੁਲਿਸ ਅਧਿਕਾਰੀ ਹੈ। ਇੰਨੀ ਬੇਬਸੀ ਪਹਿਲੀ ਵਾਰੀ ਮੈਂ ਪੁਲਿਸ ਅਕਾਲੀ ਦਲ ਵੇਲੇ ਵੀ ਨਹੀਂ ਮੈਂ ਦੇਖੀ ਸੀ ਜਿੰਨੀ ਬੇਬਸੀ ਹੁਣ ਦੇਖ ਰਿਹਾ। ਕਹਿੰਦੇ ਜੀ ਗੱਡੀ ਦੀ ਸੈਲਫ ਵੀ ਮਾਰਨੀ ਤਾਂ ਵੀ ਪੋਲੀਟੀਕਲ ਇੰਟਰਫੀਅਰੈਂਸ ਹੈ। ਮੈਂ ਵੀ ਅੱਜ ਕਿਸੇ ਅਫਸਰ ਕੋਲ ਗਿਆ ਸੀ, ਉਹ ਗੱਲਾਂ ਚੱਲ ਪਈਆਂ ਵੀ ਕੀ ਹੋਈ ਜਾਂਦਾ। ਅੱਜ ਕੱਲ੍ਹ ਬਾਹਲਾ ਕਲੇਸ਼ ਪਿਆ ਹੋਇਆ ਨਾ ਤੁਹਾਡਾ ਆਪਣੇ ਜ਼ਿਲ੍ਹੇ ਦੇ ਵਿੱਚ ਦੋਆਂ ਦਾ। ਹੁਣ ਤਾਂ ਹੋ ਗਿਆ ਨਾ ਵੀ ਇੱਕ ਹਲਕਾ ਇੰਚਾਰਜ ਹੈ ਜਿਹੜਾ ਉਹ ਮਨਪ੍ਰੀਤ ਦੇ ਖਿਲਾਫ ਬੋਲਣ ਲੱਗ ਗਿਆ, ਤੇ ਮਨਪ੍ਰੀਤ ਨੇ ਕਹਿੰਦੇ ਜੀ ਉਹਦੇ ਵਾਲੇ ਪਾਸੇ ਉਹਦੇ ਪੰਚਾਂ ਸਰਪੰਚਾਂ ਨੂੰ ਪੱਟਣਾ ਸ਼ੁਰੂ ਕਰਤਾ ਤੇ ਗੱਲਾਂ ਚੱਲ ਪਈਆਂ। ਇਹ ਆ ਗਿਆ ਵੀ ਉਹ 4 ਥਾਣੇਦਾਰ ਲਾਏ ਸੀ ਜਿਨ੍ਹਾਂ ਤੋਂ ਕਲੇਸ਼ ਪਿਆ ਸੀ। ਉਹ ਮੈਂ ਕਹਿ ਬੈਠਾ, ਮੈਂ ਕਿਹਾ ਜਿਹੜੇ ਥਾਣੇਦਾਰ ਲਾਏ ਸੀ ਯਾਰ, ਥਾਣੇਦਾਰ ਜੇ ਮਾੜੀ ਮੋਟੀ ਉਹਨਾਂ ਦੀ ਉਹਦੀ ਲਾਡੀ ਦੀ ਵੀ ਵਿਚਾਰੇ ਦੀ ਸੁਣ ਲੈਣ। ਤੇ ਉਹ ਮੈਨੂੰ ਅਫਸਰ ਕਹਿੰਦਾ ਯਾਰ ਗੱਲ ਇਹ ਹੁੰਦੀ ਹੈ ਵੀ ਕਈ ਵਾਰੀ ਨਾ ਜਿਹੜੇ ਥਾਣੇਦਾਰ ਵੀ ਜਿਹੜੇ ਪੁਰਾਣੇ ਥਾਣੇਦਾਰ ਉਹ ਇਹ ਗੱਲ ਸਮਝਦੇ ਹੁੰਦੇ ਸੀ, ਨਵੇਂ ਨੂੰ ਨਹੀਂ ਪਤਾ। ਕਹਿੰਦਾ ਇਹਨੂੰ ਤਾਂ ਪਤਾ ਹੀ ਕੁਛ ਨਹੀਂ। ਮੈਂ ਕਿਹਾ ਗੱਲ ਕੀ? ਉਹਨੇ ਗੱਲ ਮੈਨੂੰ ਜਿਹੜੀ ਦੱਸੀ ਦਾਨੇ ਵਾਲੀ ਸਾਹਿਬ, ਮੇਰੇ ਤਾਂ ਮੈਨੂੰ ਹਾਸੀ ਵੀ ਆਈ ਜਾਵੇ ਤੇ ਹੁਣ ਵੀ ਮੈਨੂੰ ਹਾਸੀ ਆ ਰਹੀ ਹੈ। ਉਹ ਕਹਿੰਦਾ ਵੀ ਪੁਲਿਸ ਵਾਸਤੇ ਤਾਂ ਆਪੋਜੀਸ਼ਨ ਵਾਲੇ ਬੰਦੇ ਵਧੀਆ ਰਹਿੰਦੇ ਆ, ਪੁਲਿਸ ਨੂੰ ਤਾਂ ਜ਼ਿਆਦਾ ਕੰਮ ਆਪੋਜੀਸ਼ਨ ਦੇ ਪੁਰਾਣੇ ਥਾਣੇਦਾਰ ਕਰਦੇ ਹੁੰਦੇ ਸੀ, ਰੂਲਿੰਗ ਦੇ ਤਾਂ ਕਰਦੇ ਹੀ ਨਹੀਂ ਸੀ। ਮੈਂ ਕਿਹਾ ਜੀ ਇਹ ਕਿਉਂ? ਰੂਲਿੰਗ ਦੇ ਕਿਉਂ? ਉਹ ਕਹਿੰਦੇ ਪੈਸੇ ਤਾਂ ਆਪੋਜੀਸ਼ਨ ਵਾਲੇ ਤੋਂ ਹੁੰਦੇ, ਰੂਲਿੰਗ ਵਾਲੇ ਤਾਂ ਦੇਣੇ ਪੈਂਦੇ। ਹੁਣ ਜਿਹੜੇ ਨਵੇਂ ਥਾਣੇਦਾਰ ਆ ਗਏ ਉਹ ਕਹਿੰਦੇ ਵੀ ਚਲੋ ਅਸੀਂ ਲੁੱਟਮਾਰ ਕਰ ਲਾਂਗੇ, ਉਧਰ ਦੇ ਦਿਆਂਗੇ। ਉਹਨਾਂ ਨੂੰ ਕਹਿੰਦਾ ਦਬਾਉਣ ਵਾਲੀ ਤਾਂ ਉਹਨਾਂ ਨੇ ਆਪਦੀ ਆਪ ਹੀ ਬੰਦੇ ਪਾਸੇ ਕਰਤੇ। ਉਹ ਕਹਿੰਦਾ ਨਾਲੇ ਉਹ ਆਪ ਦਾ ਨੁਕਸਾਨ ਕਰਾਉਂਦੇ ਆ, ਨਾਲੇ ਉਹ ਆਪਦੇ ਮਾਲਕ ਦਾ ਨੁਕਸਾਨ ਕਰਾਉਂਦੇ ਆ। ਤੇ ਜੇ ਕਹਿੰਦਾ ਉਹ ਦੋਨਾਂ ਪਾਸੇ ਰੱਖ ਲਿਆ ਕਰਨ, ਵੀ ਆਪੋਜੀਸ਼ਨ ਵਾਲੇ ਤੋਂ ਪੈਸੇ ਲੈ ਕੇ ਕੰਮ ਕਰਦੇ ਕਰਨ, ਦੂਜਿਆਂ ਦੇ ਮੁਫਤ ਵਾਲੇ ਕਰਦੇ ਕਰਨ, ਨਾ ਉਹਨਾਂ ਦਾ ਰੌਲਾ ਪਵੇ ਨਾ ਉਹਨਾਂ ਦਾ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।